मैं डॉक्टर हरीश मल्होत्रा अज फिर 8 मार्च 2022 ਨੂੰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਕਿਤਾਬ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ, ਸਫਲਤਾ ਦੇ ਭੇਦ ਕਿਤਾਬ ਵਿੱਚੋਂ, ਤੇ ਫਿਰ ਉਸ ਤੋਂ ਬਾਅਦ ਟੈਲੀਫੋਨ ਦੇ ਰਾਹੀਂ ਤੁਹਾਡੇ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਉਹਨਾਂ ਨੁਕਤਿਆਂ 'ਤੇ ਜਿਹੜੇ ਨੁਕਤੇ ਮੈਂ ਉਸ ਲੇਖ ਵਿੱਚ ਉਠਾਏ ਹੁੰਦੇ ਹਨ, ਜਾਣੀ ਕਿ ਜਾਂ ਕੁਛ ਨੁਕਤੇ ਜਿਨ੍ਹਾਂ ਬਾਰੇ ਸ਼ਾਇਦ ਗੱਲ ਨਾ ਕੀਤੀ ਹੋਵੇ। ਅੱਜ ਜਿਹੜਾ ਮੈਂ ਤੁਹਾਡੇ ਲਈ ਲੇਖ ਲੈ ਕੇ ਆਇਆ ਹੈਗਾ, ਜਿਹੜਾ ਮੈਂ ਟੌਪਿਕ ਲੈ ਕੇ ਆਇਆ ਹੈਗਾ, ਉਹਦਾ ਨਾਂ ਹੀ ਹੈ ਮਨ ਦੀ ਖੁਸ਼ੀ ਅਤੇ ਆਨੰਦ। ਵੀ ਜ਼ਿੰਦਗੀ ਦੇ ਉਹ ਪਲ ਜਦੋਂ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋਏ ਸੀਗੇ, ਜਦੋਂ ਤੁਹਾਨੂੰ ਬਹੁਤ ਜ਼ਿਆਦਾ ਆਨੰਦ ਮਿਲਿਆ ਸੀ, ਉਹਨਾਂ ਪਲਾਂ ਨੂੰ ਅਸੀਂ ਕਿੰਨੀ ਕੁ ਵਾਰੀ ਯਾਦ ਕਰਦੇ ਹਾਂ। ਦੁੱਖ ਵਾਲੇ ਪਲ ਤਾਂ ਸਾਨੂੰ ਜਿਹੜੇ ਹੈਗੇ ਕਈ ਵਾਰੀ ਬਹੁਤ ਯਾਦ ਕਰਨੇ ਪੈਂਦੇ ਹੈ ਜਾਂ ਕਰਦੇ ਰਹਿੰਦੇ ਹਾਂ, ਅਤੇ ਉਹਦੇ ਨਾਲ ਸਾਨੂੰ ਹੋਰ ਵੀ ਦੁੱਖ ਹੁੰਦਾ। ਕੀ ਕਦੇ ਅਸੀਂ ਖੁਸ਼ੀ ਵਾਲੇ ਪਲਾਂ ਨੂੰ ਵੀ ਬਾਰ-ਬਾਰ ਯਾਦ ਕੀਤਾ ਹੈ? ਇਹਨਾਂ ਪਲਾਂ ਦਾ ਸਾਡੀ ਜ਼ਿੰਦਗੀ 'ਤੇ ਕੀ ਅਸਰ ਪੈਂਦਾ ਹੈ? ਸਾਡੀ ਮਾਨਸਿਕ ਸਿਹਤ 'ਤੇ ਕੀ ਅਸਰ ਪੈਂਦਾ? ਸਾਡੀ ਹੈਲਥ 'ਤੇ, ਫਿਜ਼ੀਕਲ ਹੈਲਥ 'ਤੇ ਸਾਡੀ 'ਤੇ ਕੀ ਅਸਰ ਪੈਂਦਾ? ਅਤੇ ਸਾਡੇ ਆਲੇ ਦੁਆਲੇ 'ਤੇ ਕੀ ਅਸਰ ਪੈਂਦਾ? ਸ਼ਾਇਦ ਕਦੇ ਅਸੀਂ ਇਹਦੇ ਬਾਰੇ ਨਾ ਸੋਚਿਆ ਹੋਵੇ, ਅਤੇ ਇਸੇ ਕਰਕੇ ਮੈਂ ਇਹ ਲੇਖ ਲਿਖਿਆ ਸੀ। ਅਤੇ ਅੱਜ ਮੈਂ ਤੁਹਾਡੇ ਨਾਲ ਇਹ ਸਾਂਝਾ ਵੀ ਕਰਨਾ ਚਾਹੁੰਦਾ, ਅਤੇ ਇਹ ਵੀ ਜਾਣਨਾ ਚਾਹੁੰਦਾ ਕਿ ਤੁਹਾਡੇ ਖੁਸ਼ੀ ਦੇ ਪਲ ਕਿਹੜੇ ਸੀ। ਕੀ ਤੁਸੀਂ ਉਹਨੂੰ ਕਦੀ ਯਾਦ ਕੀਤਾ ਜਾਂ ਕਿੰਨੀ ਕੁ ਵਾਰੀ ਯਾਦ ਕਰਦੇ ਆ? ਮੈਂ ਤੁਹਾਨੂੰ ਕੁਛ ਆਪਣੀਆਂ ਖੁਸ਼ੀਆਂ ਬਾਰੇ ਜਿਹੜਾ ਹੈਗਾ ਅੱਜ ਇਸ ਵਿੱਚ ਪਰਸਨਲ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਬਾਰੇ ਜ਼ਿਕਰ ਕਰੂੰਗਾ, ਅਤੇ ਮੈਂ ਤੁਹਾਡੇ ਤੋਂ ਵੀ ਇਹ ਸੁਣਨਾ ਚਾਹੁੰਦਾ ਵੀ ਤੁਹਾਡੇ ਖੁਸ਼ੀ ਦੇ ਪਲ ਕਿਹੜੇ ਸੀਗੇ ਅਤੇ ਤੁਸੀਂ ਉਹਨਾਂ ਨੂੰ ਕਿੱਦਾਂ ਯਾਦ ਕਰਦੇ ਆ, ਅਤੇ ਤੁਹਾਡੀ ਸਿਹਤ 'ਤੇ ਉਹਨਾਂ ਦਾ ਕੀ ਅਸਰ ਪੈਂਦਾ। ਮੈਂ ਚਾਹੁੰਦਾ ਵੀ ਤੁਸੀਂ ਹੁਣ ਤੋਂ ਹੀ ਟੈਲੀਫੋਨ ਲਾਈਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਲਾਈਨ ਅਪ ਕਰ ਲਓ। ਸਾਡਾ ਨੰਬਰ ਜਿਹੜਾ ਹੈਗਾ ਉਹ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਅਤੇ ਜਿਸ ਤਰ੍ਹਾਂ ਤੁਸੀਂ ਮੈਨੂੰ ਹਰ ਹਫ਼ਤੇ ਆਪਣਾ ਭਰਪੂਰ ਹੁੰਗਾਰਾ ਦਿੰਦੇ ਆ, ਅਤੇ ਮੈਨੂੰ ਅੱਜ ਵੀ ਉਮੀਦ ਹੈ ਕਿ ਤੁਸੀਂ ਮੈਨੂੰ ਭਰਪੂਰ ਹੁੰਗਾਰਾ ਦਿਓਗੇ, ਤਾਂ ਕਿ ਆਪਾਂ ਇਸ ਸੰਵਾਦ ਨੂੰ ਹੋਰ ਵੀ ਰੌਚਕ ਬਣਾ ਸਕੀਏ, ਜਿਹਦੇ ਨਾਲ ਤੁਹਾਨੂੰ, ਮੈਨੂੰ ਅਤੇ ਸੁਣਨ ਵਾਲਿਆਂ ਨੂੰ ਲਾਹਾ ਮਿਲ ਸਕੇ, ਦਰਸ਼ਕਾਂ ਨੂੰ ਲਾਹਾ ਮਿਲ ਸਕੇ, ਸਾਡੇ ਸਮਾਜ ਨੂੰ ਫਾਇਦਾ ਹੋ ਸਕੇ। ਅਤੇ ਮੈਂ ਇਹ ਛੋਟਾ ਜਿਹਾ ਲੇਖ ਜਿਹੜਾ ਹੈਗਾ ਪੜ੍ਹਦਾ, ਅਤੇ ਇਨ ਦਾ ਮੀਨ ਟਾਈਮ ਤੁਸੀਂ ਟੈਲੀਫੋਨ ਕਾਲਸ ਜਿਹੜੀਆਂ ਹੈਗੀਆਂ ਕਰਕੇ ਆਪਣੀ ਜਿਹੜੀ ਹੈਗੀ ਆ ਲਾਈਨ ਉਹਨੂੰ ਲਾਈਨ ਅਪ ਕਰਾ ਲਓ। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੋ ਤਾਂ ਫਿਰ ਤੁਹਾਨੂੰ 0044 ਨੰਬਰ ਅਤੇ ਉਸ ਤੋਂ ਬਾਅਦ 300 770 2246 ਨੰਬਰ ਪਾਉਣਾ ਪਊਗਾ। ਅਤੇ ਜੇ ਤੁਸੀਂ ਇੱਥੋਂ ਹੈਗੇ, ਜਿਸ ਤਰ੍ਹਾਂ ਮੈਂ ਕਿਹਾ ਹੈ, ਉਹ ਸਕਰੀਨ ਦੇ ਥੱਲੇ ਵੀ ਨੰਬਰ ਆ ਰਿਹਾ ਹੈਗਾ, ਅਤੇ ਉਹ ਹੈਗਾ 0300 770 2246। ਮੈਂ ਇਹ ਛੋਟਾ ਜਿਹਾ ਲੇਖ ਜਿਹੜਾ ਪੜ੍ਹਦਾ ਅਤੇ ਫਿਰ ਮੈਂ ਤੁਹਾਡੇ ਟੈਲੀਫੋਨ ਕਾਲਸ ਨੂੰ ਲੈਣਾ ਹੈਗਾ। ਇਹਦਾ ਲੇਖ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ, ਇਹਦਾ ਨਾਂ ਰੱਖਿਆ ਮਨ ਦੀ ਖੁਸ਼ੀ ਅਤੇ ਆਨੰਦ। ਮਨ ਦੀ ਖੁਸ਼ੀ ਅਤੇ ਆਨੰਦ ਉਹਨਾਂ ਪਲਾਂ ਨਾਲ ਸੰਬੰਧਿਤ ਹੈ ਜਦ ਤੁਹਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣ। ਮੇਰੇ ਜ਼ਿੰਦਗੀ ਦੇ ਟੀਚੇ ਜਦ ਵੀ ਪ੍ਰੌੜ ਅਵਸਥਾ ਵਿੱਚ ਪਹੁੰਚੇ, ਉਹਨਾਂ ਪਲਾਂ ਨੇ ਮਨ ਦੀਆਂ ਤਰੰਗਾਂ ਦੀ ਝਰਨਾਹਟ ਪੈਦਾ ਕੀਤੀ ਅਤੇ ਮੈਂ ਗਦਗਦ ਹੋ ਗਿਆ। ਮਨ ਹੁਲਾਸ ਅਤੇ ਆਨੰਦ ਨਾਲ ਭਰ ਗਿਆ। ਆਪਣੇ ਚੇਤਿਆਂ ਦੀ ਚੰਗੇਰ ਨੂੰ ਖਰੀਦਦਿਆਂ ਮੈਨੂੰ ਉਹ ਬਚਪਨ ਦੇ ਪਲ ਯਾਦ ਆ ਰਹੇ ਹਨ, ਜਦ ਮੈਨੂੰ ਬਹੁਤ ਹੀ ਸੁੰਦਰ ਨਵੇਂ ਬੂਟ ਮਿਲੇ ਸਨ। ਮੈਂ ਇੰਨਾ ਖੁਸ਼ ਸਾਂ ਕਿ ਘਰ ਦੇ ਚੁਆਰੇ ਵਿੱਚ ਰਾਤ ਨੂੰ ਬੂਟ ਪਾ ਕੇ ਕਾਫੀ ਦੇਰ ਤੁਰਦਾ ਰਿਹਾ। ਮੈਨੂੰ ਇਉਂ ਲੱਗਣ ਲੱਗਾ ਕਿ ਮੇਰੇ ਇਹ ਨਵੇਂ ਬੂਟ ਮੇਰੇ ਸਰੀਰ ਦਾ ਇੱਕ ਅਨਿੱਖੜਵਾਂ ਅੰਗ ਹਨ। 8ਵੀਂ ਕਲਾਸ ਵਿੱਚੋਂ ਸਾਰੇ ਸਕੂਲ ਵਿੱਚੋਂ ਪਹਿਲੇ ਨੰਬਰ 'ਤੇ ਆਉਣ ਵੇਲੇ ਵੀ, ਅਤੇ ਫਿਰ 10ਵੀਂ ਕਲਾਸ ਵਿੱਚੋਂ ਜ਼ਿਲ੍ਹਾ ਕਪੂਰਥਲਾ ਵਿੱਚੋਂ ਪਹਿਲੇ ਨੰਬਰ 'ਤੇ ਆਉਣ ਵੇਲੇ ਵੀ ਮਨ ਆਨੰਦ ਨਾਲ ਭਰ ਗਿਆ ਸੀ। ਇਸ ਆਨੰਦ ਦੇ ਪਲਾਂ ਦੀ ਗੜੂੰਦ ਕਈ ਦੇਰ ਲਈ ਦਿਮਾਗ ਨੂੰ ਚੜ੍ਹੀ ਰਹੀ, ਪਰ ਜਿਸ ਪਲ ਮੈਨੂੰ ਇਸ ਬਾਰੇ ਬੋਧ ਹੋਇਆ ਸੀ, ਉਸ ਆਨੰਦਮਈ ਪਲਾਂ ਨੂੰ ਬਿਆਨ ਕਰਨਾ ਸ਼ਬਦਾਂ ਵਿੱਚ ਮੁਸ਼ਕਿਲ ਹੈ। ਇੱਕ ਕਿਸਮ ਦਾ ਬੋਝ ਮਨ ਤੋਂ ਲੈ ਗਿਆ ਸੀ ਅਤੇ ਸਾਰਾ ਸਰੀਰ ਖੁਸ਼ੀ ਨਾਲ ਸਰਸ਼ਾਰ ਹੋ ਗਿਆ ਸੀ। ਸਾਰੀ ਦੁਨੀਆ ਹੀ ਆਪਣੀ ਲੱਗਣ ਲੱਗ ਪਈ ਸੀ। ਆਨੰਦਮਈ ਪਲਾਂ ਦੀ ਯਾਦਾਸ਼ਤ ਉਨੀ ਸ਼ਿੱਦਤ ਨਾਲ ਨਹੀਂ ਰਹਿੰਦੀ ਜਿੰਨੀ ਦੁੱਖ ਵਾਲੇ ਪਲਾਂ ਦੀ, ਪਰ ਫਿਰ ਵੀ ਇਹ ਇਹੋ ਜਿਹੇ ਪਲ ਹਨ ਜਿਨ੍ਹਾਂ ਨੂੰ ਯਾਦਾਂ 'ਚੋਂ ਮਨਫੀ ਨਹੀਂ ਕੀਤਾ ਜਾ ਸਕਦਾ। ਜਿਸ ਦਿਨ ਮੈਂ ਇੰਡੀਆ ਤੋਂ ਪਹਿਲੀ ਵਾਰ ਯੂਰਪ ਨੂੰ ਚਾਲੇ ਪਾਏ ਸਨ ਤਾਂ ਮਨ ਆਨੰਦਿਤ ਹੋਇਆ ਸੀ, ਅਤੇ ਪੈਰਿਸ ਪਹੁੰਚ ਕੇ ਮੈਂ ਕਿਸੇ ਹੋਰ ਹੀ ਦੁਨੀਆ ਵਿੱਚ ਆ ਕੇ ਖੁਸ਼ੀ ਨਾਲ ਭਰ ਗਿਆ ਸਾਂ। 3-4 ਮਹੀਨਿਆਂ ਦੀ ਖੱਜਲ ਖੁਆਰੀ ਬਾਅਦ ਜਦ ਜਾਲੀ ਸਹੀ ਸਲਾਮਤ ਇੰਗਲੈਂਡ ਪਹੁੰਚ ਗਿਆ ਤਾਂ ਮਨ ਆਨੰਦ ਨਾਲ ਭਰ ਗਿਆ ਸੀ। ਇਹ ਇੰਗਲੈਂਡ ਆਉਣ ਦਾ ਟੀਚਾ ਸਰ ਕਰਨ ਵਾਲੀ ਗੱਲ ਸੀ, ਅਤੇ ਇਹ ਟੀਚਿਆਂ ਦੀ ਪ੍ਰਾਪਤੀ ਹੀ ਆਨੰਦਿਤ ਅਵਸਥਾ ਹਾਸਲ ਕਰਨ ਵਾਲੀ ਚਾਬੀ ਹੈ, ਅਤੇ ਇਸ ਚਾਬੀ ਨਾਲ ਹੀ ਅਸੀਂ ਖਾਸ ਪ੍ਰਾਪਤੀ ਦੇ ਜਿੰਦਰੇ ਖੋਲ੍ਹਦੇ ਹਾਂ।
ਤੇ ਜਿਹਨੂੰ ਧਾਰਮਿਕ ਬਿਰਤੀ ਵਾਲੇ ਲੋਕ ਪਰਮ ਆਨੰਦ ਕਹਿੰਦੇ ਹਨ, ਉਹ ਪਲ ਸ਼ਾਇਦ ਸਮਾਧੀ ਵਾਲੇ ਹੋਣ ਜੋ ਵਿਗਿਆਨਕ ਤੌਰ 'ਤੇ ਸੈਲਫ ਹਿਪਨੋਟਿਜ਼ਮ ਵਾਲੀ ਕਿਰਿਆ ਹੈ। ਸ਼ਾਇਦ ਇਹ ਅਵਸਥਾ ਆਨੰਦਿਤ ਪਲਾਂ ਨਾਲੋਂ ਕੁਝ ਜ਼ਿਆਦਾ ਦੇਰ ਵਾਲੀ ਹੋਵੇ ਅਤੇ ਇਸੇ ਕਰਕੇ ਪਰਮ ਆਨੰਦ ਕਿਹਾ ਜਾਂਦਾ ਹੋਵੇ, ਜਾਂ ਇਹ ਵੀ ਗੱਲ ਹੋ ਸਕਦੀ ਹੈ ਕਿ ਇਸ ਅਵਸਥਾ ਨੂੰ ਧਰਮ ਦੀ ਰੰਗਤ ਚੜ੍ਹੀ ਹੋਣ ਕਰਕੇ ਸਭ ਤੋਂ ਉੱਤਮ ਆਨੰਦ ਵਾਲੀ ਹਾਲਤ ਕਿਹਾ ਜਾਂਦਾ ਹੋਵੇ। ਮੈਂ ਇਸ ਅਵਸਥਾ ਦਾ ਅਜੇ ਤਜਰਬਾ ਨਹੀਂ ਕੀਤਾ ਅਤੇ ਇਸੇ ਕਰਕੇ ਉਹਨਾਂ ਪਲਾਂ ਨੂੰ ਬਿਆਨ ਨਹੀਂ ਕਰ ਸਕਦਾ। ਮਨ ਉਸ ਵੇਲੇ ਵੀ ਆਨੰਦਿਤ ਹੁੰਦਾ ਹੈ ਜਦ ਮੈਂ ਕੁਦਰਤੀ ਨਜ਼ਾਰਿਆਂ ਨੂੰ ਦੇਖਦਾ ਅਤੇ ਕੁਦਰਤ ਦੇ ਸੁਹੱਪਣ ਨੂੰ ਨਿਹਾਰਦਾ। ਵੇਲਜ਼ ਅਤੇ ਸਕਾਟਲੈਂਡ ਦੀਆਂ ਵਾਦੀਆਂ ਅਤੇ ਭਾਰਤ ਦੇ ਕਈ ਪਹਾੜੀ ਇਲਾਕਿਆਂ ਮੈਨੂੰ ਕੁਦਰਤ ਰਾਣੀ ਨਾਲ ਇੱਕਮੈ ਕੀਤਾ ਹੈ। ਚੜ੍ਹਦੇ ਅਤੇ ਲਹਿੰਦੇ ਸੂਰਜ, ਚੰਦ ਦੇ ਪੂਰੇ ਜਲਾਉ ਅਤੇ ਵਗਦੇ ਝਰਨਿਆਂ ਨੇ ਮੈਨੂੰ ਸਕੂਨ ਨਾਲ ਭਰ ਕੇ ਆਨੰਦਿਤ ਕੀਤਾ ਹੈ। ਸਵੇਰੇ 6 ਵਜੇ ਕੰਮ 'ਤੇ ਜਾਣ ਤੋਂ ਪਹਿਲਾਂ ਜਦ ਮੈਂ ਤਰ ਕੇ ਜਾਂਦਾ ਹਾਂ ਤਾਂ ਪੰਛੀਆਂ ਦਾ ਚਹਿਚਹਾਉਣਾ ਮੈਨੂੰ ਕੁਦਰਤ ਦੀਆਂ ਨਿਆਮਤਾਂ ਨਾਲ ਖੁਸ਼ ਕਰਦਾ ਅਤੇ ਦਿਨ ਦੀ ਇਹ ਸ਼ੁਰੂਆਤ ਸਾਰੇ ਦਿਨ ਦੇ ਹਿਚਕੋਲਿਆਂ ਤੋਂ ਮੈਨੂੰ ਬਚਾ ਕੇ ਰੱਖਦੀ। ਰੰਗ ਬਿਰੰਗੇ ਫੁੱਲ, ਤਿਤਲੀਆਂ ਅਤੇ ਪੰਛੀਆਂ ਨੂੰ ਦੇਖ ਕੇ ਵੀ ਮਨ ਬੜਾ ਖਿੜਦਾ ਕਿ ਇਹ ਸਭ ਇਸ ਦੁਨੀਆ ਨੂੰ ਖੂਬਸੂਰਤ ਬਣਾਉਣ ਵਿੱਚ ਹਿੱਸਾ ਪਾ ਰਹੇ ਹਨ। ਮਨ ਭਰਿਆ ਭਰਿਆ ਲੱਗਦਾ ਕਿ ਮੈਂ ਵੀ ਇਸ ਕੁਦਰਤ ਦਾ ਇੱਕ ਕਿਣਕਾ ਹਾਂ। ਇਹ ਛੋਟੀ ਛੋਟੀਆਂ ਖੁਸ਼ੀਆਂ ਮਨੋਬਲ ਨੂੰ ਉੱਚਾ ਚੁੱਕਦੀਆਂ। ਹੋਰ ਛੋਟੀ ਛੋਟੀਆਂ ਖੁਸ਼ੀਆਂ ਤਾਂ ਬਥੇਰੀਆਂ ਹਨ, ਪਰ ਮੈਨੂੰ ਯਾਦ ਹੈ ਜਦ ਮੈਂ ਬੇਕਰੀ ਅਤੇ ਫੈਕਟਰੀ ਵਿੱਚੋਂ ਕੰਮ ਛੱਡ ਕੇ 1982 ਵਿੱਚ ਯੂਨੀਵਰਸਿਟੀ 'ਚ ਸੋਸ਼ਲ ਵਰਕ ਦਾ ਡਿਪਲੋਮਾ ਕਰਨ ਲਈ ਦਾਖਲਾ ਲੈ ਲਿਆ ਸੀ ਅਤੇ ਸਾਲ 1984 ਵਿੱਚ ਬਲੈਤੀ ਪੜ੍ਹਾਈ ਪਾਸ ਕਰਨ 'ਤੇ ਮਨ ਬੜਾ ਖੁਸ਼ ਹੋਇਆ ਸੀ। ਫਿਰ ਇਸ ਤੋਂ ਬਾਅਦ ਤਰੱਕੀ ਦੀਆਂ ਪੌੜੀਆਂ ਚੜ੍ਹਦਿਆਂ 1988 ਵਿੱਚ ਮੈਨੇਜਰ ਬਣ ਗਿਆ ਸਾਂ, ਪਰ ਮਨ ਨੇ ਆਨੰਦ ਵਾਲਾ ਉੱਪਰਲਾ ਡੰਡਾ ਉਸ ਵੇਲੇ ਜਾ ਫੜਿਆ ਜਦ 1999 ਵਿੱਚ ਮੈਨੂੰ ਨਾਰਥਹੈਂਪਟਨ ਪ੍ਰਿੰਸੀਪਲ ਅਫਸਰ ਦੀ ਨੌਕਰੀ ਮਿਲ ਗਈ ਸੀ। ਇਹ ਉਹ ਸੁਨਹਿਰੀ ਸਮਾਂ ਸੀ ਜਿਸ ਵੇਲੇ ਦੁਨੀਆ ਨੂੰ ਤਬਦੀਲ ਕਰਨ ਵਾਲੀ ਸ਼ਕਤੀ ਉਮੜ ਕੇ ਪੈ ਰਹੀ ਸੀ। ਹਰ ਰੋਜ਼ 120 ਮੀਲ ਦਾ ਸਫ਼ਰ ਆਪਣੀ ਕਾਰ 'ਤੇ ਕਰਨਾ ਵੀ ਮੁਸ਼ਕਿਲ ਨਹੀਂ ਸੀ ਲੱਗ ਰਿਹਾ। ਮੈਂ ਉੱਡੂ ਕਰਦਾ ਫਿਰਦਾ ਸਾਂ। ਇਸੇ ਜੋਸ਼ ਨੇ 1992 ਵਿੱਚ ਵਾਰਕ ਯੂਨੀਵਰਸਿਟੀ ਤੋਂ ਮਾਸਟਰਸ ਡਿਗਰੀ ਕਰਵਾ ਦਿੱਤੀ ਅਤੇ ਫਿਰ ਬਰਮਿੰਘਮ ਯੂਨੀਵਰਸਿਟੀ ਵਿੱਚੋਂ ਡਾਕਟਰ ਦੀ ਡਿਗਰੀ ਲਈ ਜਾ ਦਾਖਲਾ ਲੈ ਲਿਆ। ਇਹਨਾਂ ਹੀ ਦਿਨਾਂ ਵਿੱਚ ਈਸਟ ਮਿਡਲੈਂਡਸ ਆਰਟਸ ਕੌਂਸਲ ਨੇ ਮੇਰੀ ਪਲੇਠੀ ਕਿਤਾਬ ਜਾਲੀ ਦੁਨੀਆ ਨੂੰ ਸਰਬੋਤਮ ਇਨਾਮ ਜਦ ਦਿੱਤਾ ਤਾਂ ਮਨ ਆਨੰਦ ਨਾਲ ਭਰ ਗਿਆ। ਮਨ ਉਸ ਵੇਲੇ ਵੀ ਪੁੱਠੀਆਂ ਛਾਲਾਂ ਮਾਰੀਆਂ ਜਦ 1997 ਵਿੱਚ ਪੰਜਾਬੀ ਸੱਥ ਲਾਂਬੜਾ ਨੇ ਮੈਨੂੰ ਸਨਮਾਨਿਆ ਅਤੇ 1998 ਵਿੱਚ ਡਾਕਟਰੇਟ ਪਾਸ ਕਰਨ 'ਤੇ ਇਉਂ ਲੱਗਾ ਕਿ ਮੈਂ ਪੜ੍ਹਾਈ ਦਾ TC ਦਾ ਬੇਰ ਹੁਣ ਤੋੜ ਲਿਆ ਹੈ। ਇਸ ਸਮੇਂ ਮੈਂ ਆਪਣੇ ਮਾਂ-ਬਾਪ ਦੀ ਅਣਹੋਂਦ ਨੂੰ ਬਹੁਤ ਡੂੰਘਾਈ ਨਾਲ ਮਹਿਸੂਸ ਕੀਤਾ ਕਿ ਮੇਰੀ ਇਸ ਖੁਸ਼ੀ ਨੂੰ ਉਹਨਾਂ ਵੀ ਚਾਰ ਚੰਨ ਲਾਉਣੇ ਸਨ। ਮੈਨੂੰ ਲੱਗਦਾ ਕਿ ਖੁਸ਼ੀ ਨੂੰ ਵੰਡਿਆ ਤਾਂ ਜਾ ਸਕਦਾ ਪਰ ਖੋਇਆ ਨਹੀਂ ਜਾ ਸਕਦਾ, ਅਤੇ ਇਹ ਗੱਲ ਵੀ ਪੱਕੀ ਹੈ ਕਿ ਇਹ ਆਨੰਦਮਈ ਅਵਸਥਾ ਸਾਡੇ ਅੰਦਰ ਹੈ, ਬਾਹਰ ਬਿਲਕੁਲ ਨਹੀਂ। ਇਹਨੂੰ ਬਾਹਰ ਭਾਲਣਾ ਟੱਕਰਾਂ ਮਾਰਨ ਵਾਲੀ ਗੱਲ ਹੈ। ਇਹ ਖੁਸ਼ੀ ਦੀ ਅੰਦਰ ਦੀ ਭਾਲ ਨੇ ਮੈਨੂੰ ਜਦ 2000 ਵਿੱਚ ਓਪਨ ਯੂਨੀਵਰਸਿਟੀ, ਜੋ ਕਿ ਬਰਤਾਨੀਆ ਦੀ 5 ਟੌਪ ਦੀਆਂ ਯੂਨੀਵਰਸਿਟੀ ਵਿੱਚੋਂ ਇੱਕ ਹੈ, 'ਚ ਲੈਕਚਰਰ ਦੀ ਨੌਕਰੀ ਮਿਲ ਗਈ ਤਾਂ ਖੁਸ਼ੀ ਨੂੰ ਚਾਰ ਚੰਨ ਲਾਏ ਅਤੇ ਫਿਰ ਇਸੇ ਪਾਰਟ ਟਾਈਮ ਨੌਕਰੀ 'ਚ ਮੈਂ 3 ਸਾਲਾਂ ਬਾਅਦ ਸੀਨੀਅਰ ਲੈਕਚਰਰ ਬਣ ਗਿਆ ਤਾਂ ਲੱਗਾ ਕਿ ਜ਼ਿੰਦਗੀ ਦਾ ਇੱਕ ਹੋਰ ਟੀਚਾ ਪੂਰਾ ਹੋ ਗਿਆ ਹੈ। ਮੈਂ ਚਾਹੁੰਦਾ ਤਾਂ ਯੂਨੀਵਰਸਿਟੀ ਵਿੱਚ ਪੂਰਾ ਸਮਾਂ ਵੀ ਨੌਕਰੀ ਕਰ ਸਕਦਾ, ਪਰ ਬਰਮਿੰਘਮ ਸਿਟੀ ਕੌਂਸਲ ਵਿੱਚ ਸੀਨੀਅਰ ਸਰਕਾਰੀ ਅਫਸਰ ਦੀ ਪੂਰੇ ਸਮੇਂ ਦੀ ਨੌਕਰੀ ਵੀ ਮੈਨੂੰ ਖੁਸ਼ੀ ਦਿੰਦੀ ਸੀ। ਯੂਨੀਵਰਸਿਟੀ ਵਾਲਿਆਂ ਮੈਨੂੰ ਹੁਣ 2 ਕੋਰਸ ਪੜ੍ਹਾਉਣ ਲਈ ਦੇ ਦਿੱਤੇ ਸਨ। ਡਾਕਟਰੇਟ ਦੀ ਪੜ੍ਹਾਈ ਤੋਂ ਬਾਅਦ ਅਰੋਮਾਥੈਰੇਪੀ, ਇੰਡੀਅਨ ਹੈਡ ਮਸਾਜ ਅਤੇ ਬਾਡੀ ਮਸਾਜ ਵਿੱਚ ਵੀ ਮੈਂ ਡਿਪਲੋਮੇ ਬਰਮਿੰਘਮ ਦੇ ਸਿਟੀ ਕਾਲਜ ਤੋਂ ਪਾਸ ਕੀਤੇ ਅਤੇ ਇਸੇ ਬਿਨਾਂ 'ਤੇ ਯੂਨੀਵਰਸਿਟੀ ਵਾਲਿਆਂ ਮੈਨੂੰ ਕੋਰਸ ਕੰਪਲੀਮੈਂਟਰੀ ਐਂਡ ਅਲਟਰਨੇਟਿਵ ਮੈਡੀਸਿਨ ਪੜ੍ਹਾਉਣ ਲਈ ਦੇ ਦਿੱਤਾ ਸੀ। ਇਹ ਕੰਮ ਕਰਦਿਆਂ ਮਨ ਖੁਸ਼ ਹੁੰਦਾ ਅਤੇ ਮੈਨੂੰ ਇਹ ਬੋਝ ਬਿਲਕੁਲ ਨਾ ਲੱਗਦਾ। ਮਨ ਖੁਸ਼ੀ ਅਤੇ ਆਨੰਦ ਵਾਲੀ ਅਵਸਥਾ ਵਿੱਚ ਹੁੰਦਾ ਕਿ ਮੈਂ ਵਿਦਿਆਰਥੀਆਂ ਨੂੰ ਗਿਆਨ ਵੰਡ ਰਿਹਾ। 1979 ਵਿੱਚ ਡਿਪੋਰਟ ਹੋਣ ਤੋਂ ਬਾਅਦ ਜਿਸ ਦਿਨ ਮੈਨੂੰ ਬ੍ਰਿਟਨ ਅੰਬੈਸੀ ਤੋਂ ਨਾ ਹੋਣ ਤੋਂ ਬਾਅਦ ਹਾਂ ਵਾਲੀ ਚਿੱਠੀ ਮਿਲੀ ਤਾਂ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਉਸ ਵੇਲੇ ਮੇਰੇ ਕੋਲ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ। ਇਉਂ ਲੱਗਦਾ ਸੀ ਕਿ ਜ਼ਿੰਦਗੀ ਦਾ ਸੁਪਨਾ ਸਾਕਾਰ ਹੋ ਗਿਆ ਹੈ। ਸ਼ਾਇਦ ਇਹ ਇਸ ਕਰਕੇ ਵੀ ਸੀ ਕਿ ਮੈਂ ਜਾਲੀ ਹੋਣ ਦਾ ਅਤੇ ਫਿਰ ਬਰਤਾਨੀਆ ਵਿੱਚੋਂ ਦੇਸ਼ ਨਿਕਾਲੇ ਦਾ ਸੰਤਾਪ ਤਾਂ ਕਈ ਸਾਲ ਭੋਗਿਆ ਸੀ, ਪਰ ਲੋਕਾਂ ਦੇ ਤਾਨੇ ਮਿਹਣਿਆਂ ਮੇਰਾ ਮਨ ਪੱਛੀ ਕਰ ਦਿੱਤਾ ਸੀ। ਮਨੋਬਲ ਗਿਰ ਚੁੱਕਾ ਸੀ ਅਤੇ ਇਉਂ ਲੱਗ ਰਿਹਾ ਸੀ ਕਿ ਮੈਨੂੰ ਹਿਮਾਲਿਆ ਪਰਬਤ ਤੋਂ ਕਿਸੇ ਨੇ ਧੱਕਾ ਦੇ ਦਿੱਤਾ ਸੀ। ਬਰਤਾਨੀਆ ਵਾਪਸ ਜਾਣ ਦੀ ਪੱਕੀ ਐਂਟਰੀ ਮਿਲਣ 'ਤੇ ਮੰਜ਼ਿਲ ਮਿਲ ਗਈ ਸੀ ਅਤੇ ਮਨ ਤੋਂ ਖੁਸ਼ੀਆਂ ਸਾਂਭ ਨਹੀਂ ਸਨ ਹੋ ਰਹੀਆਂ। ਇਸ ਆਨੰਦਮਈ ਅਵਸਥਾ ਦਾ ਸ਼ਬਦਾਂ ਵਿੱਚ ਵਰਣਨ ਕਰਨਾ ਮੁਸ਼ਕਿਲ ਲੱਗ ਰਿਹਾ। ਮਨ ਨੂੰ ਤਸੱਲੀ ਦੇਣ ਵਾਲਾ ਭੋਜਨ ਖਾ ਕੇ ਅਤੇ ਵਧੀਆ ਕੱਪੜੇ ਪਾ ਕੇ ਨਿੱਘ ਵਿੱਚ ਬੈਠਣਾ ਵੀ ਮਨ ਨੂੰ ਆਨੰਦਿਤ ਕਰਦਾ ਹੈ। ਕੋਈ ਚੰਗੀ ਕਿਤਾਬ, ਫਿਲਮ ਦੇਖ ਕੇ ਵੀ ਮਨ ਖੁਸ਼ ਹੁੰਦਾ ਹੈ ਕਿ ਇਹ ਲੋਕ ਵੀ ਮੇਰੇ ਵਾਂਗ ਬੇਇਨਸਾਫੀਆਂ ਖਿਲਾਫ ਆਪਣੇ ਢੰਗ ਨਾਲ ਲੜ ਰਹੇ ਹਨ।
ਕਿਸੇ ਦੀ ਖੁਸ਼ੀਆਂ ਵਿੱਚ ਸ਼ਮੂਲੀਅਤ ਵੀ ਮੈਨੂੰ ਖੁਸ਼ੀ ਦਿੰਦੀ ਹੈ ਅਤੇ ਖਾਸ ਕਰਦਾ ਕਿ ਲੋਕ ਬਸ ਖੁਸ਼ ਰਹਿਣ ਅਤੇ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਪਲ ਆਨੰਦ ਨਾਲ ਜੀਵਿਆ ਜਾਵੇ, ਜਿਹੜਾ ਕਿ ਕਾਫੀ ਮੁਸ਼ਕਿਲ ਲੱਗਦਾ ਹੈ। ਇਹ ਤਾਂ ਸੀ ਜੀ ਮੇਰਾ ਇਹ ਛੋਟਾ ਜਿਹਾ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਮੈਂ ਹੁਣ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਮੈਂ ਤੁਹਾਡੇ ਤੋਂ ਵੀ ਸੁਣ ਸਕਾਂ ਵੀ ਤੁਹਾਡੇ ਜਿਹੜੇ ਆਨੰਦਮਈ ਪਲ ਸੀਗੇ ਉਹ ਕਿਹੋ ਜਿਹੇ ਸੀਗੇ, ਜਾਂ ਤੁਸੀਂ ਉਹਨਾਂ ਨੂੰ ਕਿੰਨਾ ਕੁ ਯਾਦ ਕਰਦੇ ਹੈਗੇ ਆ। ਕਿਉਂਕਿ ਖੁਸ਼ੀ ਦੇ ਜਿਹੜੇ ਪਲ ਹੈਗੇ ਆ ਇਹ ਸਾਨੂੰ ਕਈ ਵਾਰੀ ਇੱਦਾਂ ਲੱਗਦਾ ਬੜੇ ਇਹ ਥੋੜ੍ਹ ਚਿਰੇ ਆ ਅਤੇ ਛੇਤੀ ਚਲੇ ਜਾਂਦੇ ਹੈ, ਪਰ ਜਿਹੜੇ ਦੁੱਖ ਵਾਲੇ ਪਲ ਹੁੰਦੇ ਹੈ ਜਾਂ ਜਿਹਨਾਂ ਲੋਕਾਂ ਨੇ ਤੁਹਾਨੂੰ ਦੁੱਖ ਦਿੱਤਾ ਹੁੰਦਾ ਹੈਗਾ ਉਹ ਸਾਨੂੰ ਬਹੁਤ ਦੇਰ ਤੱਕ ਯਾਦ ਰਹਿੰਦੇ ਆ, ਉਹ ਸਾਨੂੰ ਬਾਰ-ਬਾਰ ਖਰੀਦਦੇ ਹੈ, ਅਤੇ ਜਦੋਂ ਅਸੀਂ ਉਹਨਾਂ ਨੂੰ ਦੁਬਾਰਾ ਯਾਦ ਕਰਦੇ ਹਾਂ ਅਸੀਂ ਫਿਰ ਉਸ ਦੁੱਖ ਵਾਲੀ ਅਵਸਥਾ ਵਿੱਚ ਚਲੇ ਜਾਂਦੇ ਹਾਂ। ਅਤੇ ਜੇਕਰ ਅਸੀਂ ਖੁਸ਼ੀ ਵਾਲੇ ਪਲਾਂ ਨੂੰ ਦੁਬਾਰਾ ਯਾਦ ਕਰੀਏ, ਉਹਨਾਂ ਪਲਾਂ ਨੂੰ ਦੁਬਾਰਾ ਫਿਰ ਇੱਕ ਵਾਰੀ ਜੀਣ ਦੀ ਕੋਸ਼ਿਸ਼ ਕਰੀਏ, ਤਾਂ ਮੇਰਾ ਖਿਆਲ ਹੈ ਸਾਡੀ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ, ਸਾਡੀ ਫਿਜ਼ੀਕਲ ਸਿਹਤ ਜਿਹੜੀ ਹੈਗੀ ਆ ਉਹਦੇ 'ਤੇ ਵੀ ਅਸਰ ਪੈਂਦਾ। ਇਸ ਕਰਕੇ ਖੁਸ਼ੀ ਵਾਲੇ ਪਲਾਂ ਨੂੰ ਜਿਹੜਾ ਯਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਜਿਹੜੇ ਲੋਕ ਕਹਿੰਦੇ ਆ ਵੀ ਇੱਥੇ ਤਾਂ ਅਸੀਂ ਦੁੱਖ ਭੋਗਣਾ ਆ, ਬਿਲਕੁਲ ਝੂਠ ਬੋਲ ਰਹੇ ਆ, ਇੱਥੇ ਸਾਨੂੰ ਕੋਈ ਸਜ਼ਾ ਨਹੀਂ ਮਿਲੀ, ਇਸ ਦੁਨੀਆ ਵਿੱਚ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਅਤੇ ਖੁਸ਼ ਸਾਨੂੰ ਰੱਖਣਾ ਵੀ ਚਾਹੀਦਾ ਹੈਗਾ, ਹੋਰਾਂ ਨੂੰ ਵੀ ਅਤੇ ਆਪ ਵੀ। ਉਹ ਖੁਸ਼ੀ ਜਿਹੜੀ ਹੈਗੀ ਅਸੀਂ ਆਪਣੇ ਵਿੱਚੋਂ ਭਾਲਦੇ ਹਾਂ, ਆਲੇ ਦੁਆਲੇ ਵਿੱਚੋਂ ਭਾਲਦੇ ਹਾਂ, ਆਪਣੇ ਇਹਨਾਂ ਪਲਾਂ ਵਿੱਚੋਂ ਭਾਲਦੇ ਹਾਂ। ਅਤੇ ਹਰ ਇੱਕ ਬੰਦੇ ਵਿੱਚ, ਹਰ ਇੱਕ ਇਨਸਾਨ ਦੇ ਵਿੱਚ ਜਿਹੜੇ ਉਹ ਖੁਸ਼ੀ ਦੇ ਪਲ ਵੀ ਆਉਂਦੇ ਹੈ, ਗਮ ਦੇ ਪਲ ਵੀ ਆਉਂਦੇ ਹੈ। ਸਾਡੀਆਂ ਆਪਣੀਆਂ ਐਕਸਪੈਕਟੇਸ਼ਨਸ ਹੈਗੀਆਂ, ਅਸੀਂ ਕਈ ਵਾਰੀ ਉਹਨਾਂ ਗੱਲਾਂ ਨੂੰ ਜਿਹੜਾ ਅਚੀਵ ਨਹੀਂ ਕਰ ਸਕਦੇ, ਉਹ ਸਾਨੂੰ ਨਿਰਾਸ਼ ਕਰਦੇ ਹੈ, ਜਾਂ ਸਾਡੀਆਂ ਕਈ ਵਾਰੀ ਕਿਸੇ ਤੋਂ ਐਕਸਪੈਕਟੇਸ਼ਨਸ ਹੁੰਦੀਆਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਅਤੇ ਸਾਡਾ ਮਨ ਜਿਹੜਾ ਉਹ ਦੁਖੀ ਹੁੰਦਾ। ਤੁਹਾਡੇ ਖੁਸ਼ੀ ਦੇ ਪਲ ਕਿਹੜੇ ਹੈ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਜਿਹੜੇ ਖੁਸ਼ੀ ਦੇ ਪਲ ਹੈਗੇ ਆ ਤੁਸੀਂ ਜਦੋਂ ਕਿਸੇ ਹੋਰ ਨਾਲ ਸਾਂਝਾ ਕਰਦੇ ਆ, ਜਿਹੜਾ ਕਿ ਵਾਕਈ ਤੁਹਾਡਾ ਹਿੱਤੂ ਹੋਵੇ, ਜਿਹੜਾ ਤੁਹਾਨੂੰ ਵਾਕਈ ਪਿਆਰ ਕਰਦਾ ਹੈਗਾ, ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਹੈ ਉਹ ਤੁਹਾਨੂੰ ਅੰਡਰਸਟੈਂਡ ਵੀ ਕਰਦੇ ਹੈ, ਉਹਨਾਂ ਨੂੰ ਕਿਸੇ ਚੀਜ਼ ਨੂੰ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਅਤੇ ਜੇ ਜਿਹੜੇ ਬੰਦੇ ਤੁਹਾਨੂੰ ਨਹੀਂ ਪਿਆਰ ਕਰਦੇ ਹੈ ਤੁਸੀਂ ਉਹਨਾਂ ਨੂੰ ਜੇ ਕਈ ਵਾਰੀ ਕੁਛ ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਹੁੰਦੇ ਵੀ ਨਹੀਂ ਇਹ ਗੱਲ ਇੱਦਾਂ ਹੈਗੀ ਆ, ਅਤੇ ਉਹ ਕਦੀ ਵੀ ਤੁਹਾਡੇ 'ਤੇ ਯਕੀਨ ਨਹੀਂ ਕਰਦੇ। ਸੋ ਇਸ ਕਰਕੇ ਇਟਸ ਵੇਸਟ ਆਫ ਟਾਈਮ ਉਹਨਾਂ ਨਾਲ ਗੱਲ ਕਰਨੀ। ਤੁਹਾਡੀ ਆਪਣੀ ਸੋਚ ਵਾਲੇ ਲੋਕ, ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਣ ਵਾਲੇ ਲੋਕ, ਤੁਹਾਡੇ ਅਕੀਦੇ ਨਾਲ ਸਹਿਮਤ ਵਾਲੇ ਲੋਕ, ਜੋ ਤੁਸੀਂ ਉਹਨਾਂ ਨਾਲ ਗੱਲ ਕਰਦੇ ਆ ਤੁਹਾਡਾ ਮਨ ਖੁਸ਼ ਹੁੰਦਾ ਹੈ, ਤੁਸੀਂ ਉਹਨਾਂ ਪਲਾਂ ਨੂੰ ਬਾਰ-ਬਾਰ ਜੀਣਾ ਚਾਹੁੰਦੇ ਆ। ਤੁਹਾਡਾ ਆਪਣਾ ਤਜਰਬਾ ਕੀ ਹੈ ਮੈਂ ਇਹ ਤੁਹਾਡੇ ਤੋਂ ਜਾਣਨਾ ਚਾਹੁੰਦਾ। ਮੇਰੀ ਜ਼ਿੰਦਗੀ ਦੇ ਹੋਰ ਵੀ ਬਹੁਤ ਸਾਰੇ ਪਲ ਹੋਣਗੇ ਜਿਹੜੇ ਮੈਂ ਖੁਸ਼ੀ ਵਿੱਚ, ਆਨੰਦ ਵਿੱਚ ਜੀਵੇ ਹੈਗੇ ਆ। ਜਦੋਂ ਤੁਹਾਡਾ ਕਿਸੇ ਬੱਚਾ ਕਿਹੜਾ ਹੈਗਾ ਤੁਹਾਡਾ ਕੋਈ ਵੱਡੀ ਡਿਗਰੀ ਲੈ ਲੈਂਦਾ ਹੈ ਜਾਂ ਕਿਸੇ ਵੱਡੀ ਜੋਬ 'ਤੇ ਚਲੇ ਜਾਂਦਾ, ਤੁਹਾਡਾ ਮਨ ਖੁਸ਼ ਹੁੰਦਾ ਹੈ। ਤੁਹਾਡਾ ਆਪਣਾ ਤਜਰਬਾ ਕੀ ਹੈ, ਤੁਸੀਂ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਆ, ਮੈਂ ਅੱਜ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ। ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ। ਸਾਡਾ ਜਿਹੜਾ ਨੰਬਰ ਹੈਗਾ ਉਹ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਆ ਫਿਰ ਨੰਬਰ ਜਿਹੜਾ ਸਾਡਾ 0044 300 770 2246। ਇਹ ਤਾਂ ਹੋ ਨਹੀਂ ਸਕਦਾ ਲੈ ਵੀ ਤੁਹਾਡੀ ਜਿਹੜਾ ਜ਼ਿੰਦਗੀ ਦੇ ਵਿੱਚ ਖੁਸ਼ੀ ਨਾ ਆਈ ਹੋਵੇ। ਜੋ ਤੁਸੀਂ ਆਪਣੇ ਬੱਚੇ ਦਾ ਵਿਆਹ ਕੀਤਾ ਸੀ ਉਹ ਵੀ ਹੋ ਸਕਦਾ ਖੁਸ਼ੀ ਹੈ, ਜਾਂ ਜਦੋਂ ਤੁਸੀਂ ਇਸ ਮੁਲਕ ਵਿੱਚ ਆਏ ਸੀ ਉਹ ਵੀ ਖੁਸ਼ੀ ਹੋ ਸਕਦੀ ਹੈ, ਜਾਂ ਜੋ ਤੁਹਾਨੂੰ ਕੋਈ ਚੰਗੀ ਜੋਬ ਮਿਲੀ ਸੀ ਉਹ ਵੀ ਖੁਸ਼ੀ ਹੋ ਸਕਦੀ ਹੈ। ਖੁਸ਼ੀਆਂ ਦਾ ਵੀ ਕੋਈ ਅੰਤ ਨਹੀਂ ਹੈ ਅਤੇ ਗਮੀਆਂ ਦਾ ਵੀ ਕੋਈ ਅੰਤ ਨਹੀਂ ਹੈ, ਪਰ ਕਿਹੜੀ ਗੱਲ ਨੂੰ ਅਸੀਂ ਪ੍ਰੈਫਰੈਂਸ ਦਿੰਦੇ ਹੈਗੇ ਹਾਂ, ਕਿ ਅਸੀਂ ਖੁਸ਼ੀ ਨੂੰ ਪ੍ਰੈਫਰੈਂਸ ਦਿੰਦੇ ਹੈਗੇ ਹਾਂ ਜਾਂ ਅਸੀਂ ਗਮ ਨੂੰ ਪ੍ਰੈਫਰੈਂਸ ਦਿੰਦੇ ਹੈਗੇ ਹਾਂ। ਅਸੀਂ ਕਿਹਦੇ ਨਾਲ ਜਾ ਚੰਬਣਾ ਚਾਹੁੰਦੇ ਹਾਂ, ਕਿਉਂਕਿ ਬਹੁਤੀਆਂ ਜਿਹੜੀਆਂ ਗੱਲਾਂ ਹੈਗੀਆਂ ਅਸੀਂ ਕਈ ਵਾਰੀ ਇਹੋ ਜਿਹੀਆਂ ਜਿਹੜੀਆਂ ਨੈਗੇਟਿਵ ਗੱਲਾਂ ਹੈਗੀਆਂ ਉਹਨਾਂ ਨੂੰ ਅਸੀਂ ਬਾਰ-ਬਾਰ ਯਾਦ ਕਰਦੇ ਹਾਂ ਅਤੇ ਅਸੀਂ ਫਿਰ ਬਾਰ-ਬਾਰ ਜਿਹੜਾ ਹੈਗਾ ਦੁਖੀ ਹੁੰਦੇ ਹਾਂ। ਮੈਂ ਜਿਹੜਾ ਹੈਗਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਮੈਂ ਜੀ ਕੈਨੇਡਾ ਤੋਂ ਸ਼ਾਂਤੀ ਬੋਲਦੀ ਹਾਂ, ਸਰੀ ਤੋਂ। ਸ਼ਾਂਤੀ ਜੀ, ਤੁਸੀਂ ਕੁਛ ਆਪਣੇ ਜਿਹੜੇ ਖੁਸ਼ੀ ਵਾਲੇ ਪਲ ਅਤੇ ਆਪਣਾ ਐਕਸਪੀਰੀਅੰਸ ਕੋਈ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ? ਹਾਂਜੀ, ਕਰ ਲੈਂਦੇ ਆ। ਦੇਖੋ ਜਿਹੜੀ ਜ਼ਿੰਦਗੀ ਆ ਇਹ ਦੁੱਖ ਤਾਂ ਸੁੱਖ ਆਉਂਦੇ ਹੀ ਰਹਿੰਦੇ ਇਹਦੇ ਵਿੱਚ। ਹਾਂਜੀ। ਪਰ ਮੈਂ ਜਿੰਨਾ ਖੁਸ਼ ਮੈਂ ਇੰਡੀਆ ਸੀਗੀ ਜਦੋਂ ਪੜ੍ਹਦੀ ਸੀ ਜਾਂ ਪੇਰੈਂਟਸ 'ਤੇ ਡਿਪੈਂਡ ਸੀਗੀ, ਮੈਨੂੰ ਉਹ ਪਲ ਨਹੀਂ ਭੁੱਲਦੇ ਹੈਗੇ। ਸਵੇਰ ਨੂੰ ਉੱਠਣਾ ਆਪਣੀ ਮਰਜ਼ੀ ਦੇ ਨਾਲ, ਕਾਲਜ ਜਾਣਾ ਜਾਂ ਸਕੂਲ ਜਾਣਾ,
ਜਿੱਦਾਂ ਇੰਡੀਪੈਂਡੈਂਟ ਸੀਗੇ, ਬੜੀ ਖੁਸ਼ ਰਹਿਣਾ, ਮੈਂ ਬਹੁਤ ਹੱਸਣਾ, ਖੇਲਣਾ, ਕੁੱਦਣਾ, ਟੱਪਣਾ। ਪਤਾ ਨਹੀਂ ਜਦੋਂ ਦੀ ਮੈਂ ਫਿਰ ਮੈਰਿਜ ਤੋਂ ਬਾਅਦ ਇੱਥੇ ਕੈਨੇਡਾ ਆਈ, ਇੰਨੀ ਜ਼ਿੰਮੇਵਾਰੀਆਂ ਪੈ ਗਈਆਂ ਸਿਰ ਤੇ। ਉਹ ਮੈਂ ਰੀਕਾਲ ਤਾਂ ਕਰਦੀ ਹਾਂ ਬਹੁਤ ਆਪਣੇ ਬਚਪਨ ਦਾ, ਜਾਂ ਇੱਥੇ ਆ ਕੇ ਆਪਣੀ ਫਰੈਂਡਸ ਦੇ ਨਾਲ ਜਿੱਥੇ ਵੀ ਮੈਂ ਕੰਮ ਕਰਦੀ ਸੀ, ਆਪਣੀਆਂ ਕੁੜੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਨਾਲ ਹਾਸਾ ਮਜ਼ਾਕ, ਕਿਤੇ ਉੱਚੀ ਉੱਚੀ ਸਾਰੀ ਫੈਕਟਰੀ ਜਾਂ ਜਿੱਥੇ ਵੀ ਕੰਮ ਕਰਦੀ ਹੁੰਦੀ ਸੀ ਸਾਰੀ ਫੈਕਟਰੀ ਅਸੀਂ ਸਿਰ ਤੇ ਚੱਕ ਲੈਣੀ। ਉਹ ਜਦੋਂ ਮੈਂ ਪਲ ਆਪਣੇ ਯਾਦ ਕਰਦੀ ਹਾਂ ਜ਼ਿੰਦਗੀ ਦੇ, ਮੈਂ ਕਰਦੀ ਰਹਿੰਦੀ ਹਾਂ, ਕਿਉਂਕਿ ਮੈਂ ਜਿਹੜੇ ਦੁੱਖ ਵਾਲੇ ਪਲ ਉਹਨਾਂ ਨੂੰ ਬਾਹਲਾ ਰਿਮਾਈਂਡ ਨਹੀਂ ਕਰਦੀ ਜਾਂ ਰੀਕਾਲ ਨਹੀਂ ਕਰਦੀ, ਉਹਦੇ ਨਾਲ ਮੇਰਾ ਮਨ ਦੁਖੀ ਹੋ ਜਾਂਦਾ। ਹਾਂਜੀ, ਜਿਹੜੀ ਖੁਸ਼ੀ ਆ ਨਾ ਉਹ ਆਪਣੇ ਧੁਰ ਦਿਲ 'ਚ ਹੋਣੀ ਚਾਹੀਦੀ ਹੈ। ਉੱਤੋਂ ਹੱਸਣ ਨਾਲ, ਸਾਡੇ ਸੀਨੀਅਰ ਸੈਂਟਰ ਮੈਂ ਜਾਂਦੀ, ਉੱਥੇ ਨਾ ਇੱਕ ਲੇਡੀ ਲਾਫਟਰ ਯੋਗਾ ਕਰਵਾਉਂਦੀ ਹੁੰਦੀ ਸੀਗੀ। ਉਹਨੇ ਨਾ ਬੜਾ ਹੀ ਹੱਸਣਾ ਉਹਨੇ, ਤੇ ਮੈਂ ਉਹਦੇ ਵੱਲ ਦੇਖਣਾ ਤਾਂ ਉਹਨੇ, ਮੇਰੇ ਨਾਲ ਹੋਰ ਵੀ ਕੁੜੀਆਂ ਹੈਗੀਆਂ ਸੀ ਮੇਰੇ ਵਰਗੀਆਂ, ਉਹਨੇ ਕਹਿਣਾ ਤੁਸੀਂ ਨਹੀਂ ਹੱਸਦੀਆਂ। ਮੈਂ ਕਿਹਾ ਦਿਲੋਂ ਹਾਸਾ ਨਹੀਂ ਆਉਂਦਾ, ਦਿਸ ਇਜ਼ ਦਾ ਰੀਜ਼ਨ ਆਈ ਕੈਨਟ ਲਾਫ। ਮੈਂ ਕਿਹਾ ਵਿਦਆਊਟ ਐਨੀ ਰੀਜ਼ਨ, ਵੀ ਇਹ ਤਾਂ ਲਾਫਿੰਗ ਯੋਗਾ ਕਰਾਉਂਦੇ ਉੱਤੋਂ ਹੱਸਦੇ ਆ। ਮੈਂ ਕਿਹਾ ਜਿਹੜੀਆਂ ਦਿਲ ਦੇ ਅੰਦਰ ਗੱਲਾਂ ਚੱਲਦੀਆਂ ਆ ਉਹ ਆਪ ਸਾਨੂੰ ਹਾਸਾ ਵੀ ਦਿਵਾਉਂਦੀਆਂ ਆ ਤੇ ਸਾਨੂੰ ਉਹ ਗਮੀ ਵੀ ਦਿੰਦੀਆਂ ਆ। ਇਸ ਕਰਕੇ ਜਦੋਂ ਤੁਸੀਂ ਰੀਕਾਲ ਕੋਈ ਵੀ ਮਾੜੀਆਂ ਚੀਜ਼ਾਂ ਕਰਦੇ ਆ ਤਾਂ ਤੁਸੀਂ, ਤੁਹਾਡਾ ਮਨ ਜਿਹੜਾ ਉਹ ਖਰਾਬ ਹੋ ਜਾਂਦਾ ਹੈ। ਜੇ ਤੁਸੀਂ ਕੋਈ ਹੈਪੀ ਡੇਜ਼ ਦੇਖੇ ਹੋਏ ਆ ਤੁਸੀਂ, ਉਹ ਮੈਂ ਤਾਂ ਕਹਿੰਦੀ ਉਹਨਾਂ ਵਿੱਚ ਜਦ ਤੁਹਾਨੂੰ ਰਹਿਣਾ ਚਾਹੀਦਾ, ਉਹਨਾਂ ਨੂੰ ਰੀਕਾਲ ਕਰੋ, ਵਾਰ-ਵਾਰ ਕਰੋ ਨਾ, ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਹਾਡੀਆਂ ਮਾੜੀਆਂ ਗੱਲਾਂ ਵੀ ਹੁੰਦੀਆਂ ਉਹ ਤੁਸੀਂ ਭੁੱਲ ਜਾਂਦੇ ਆ, ਜਾਂ ਉਹ ਭੁਲਾਉਣੀਆਂ ਹੀ ਚਾਹੀਦੀਆਂ ਆ। ਸੋ ਮੇਰਾ ਐਕਸਪੀਰੀਅੰਸ ਇੱਥੇ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਬਾਹਲੀ ਮੈਨੂੰ ਖੁਸ਼ੀਆਂ ਮਿਲੀਆਂ ਹੋਣਗੀਆਂ, ਤਾਂ ਕਿ ਜਦੋਂ ਕਿ ਮੇਰੇ ਬੱਚੇ ਹੁਣ ਵੱਡੇ ਹੋ ਗਏ ਆ ਤੇ ਉਹਨਾਂ ਦੇ ਨਾਲ ਮੈਨੂੰ ਆਪਣੇ ਗ੍ਰੈਂਡ ਚਿਲਡਰਨ ਆ ਉਹਨਾਂ ਨੂੰ ਮਿਲ ਕੇ ਜਦੋਂ ਵੀ ਉਹ ਆਉਂਦੇ ਆ ਮੈਨੂੰ ਇੰਨੀ ਖੁਸ਼ੀ ਚੜ੍ਹਦੀ ਆ ਨਾ। ਮੈਂ ਉਹਨਾਂ ਨੂੰ ਦੂਜੇ ਇੱਕ ਦਿਨ ਕਹਿ ਦੂੰਗੀ ਤੁਸੀਂ ਮਿਲਣੇ ਆਈ, ਮੈਂ ਮੈਨੂੰ ਹੱਗ ਕਰੂੰਗੀ, ਉਹ ਕਰੂਗੇ ਨਹੀਂ, ਵੱਡੇ ਹੋ ਗਏ, ਟੀਨਏਜਰ ਆ। ਮੈਂ ਕਿਹਾ ਨੋ ਮੈਨੂੰ ਹੱਗ ਕਰੋ, ਮੈਨੂੰ ਦਿਲ ਦੀ ਜਿਹੜੀ ਖੁਸ਼ੀ ਮਿਲਦੀ ਆ ਉਹ ਮੈਨੂੰ ਉਹਨਾਂ ਨੂੰ ਮਿਲ ਕੇ ਖੁਸ਼ੀ ਮਿਲਦੀ ਆ। ਹੋਰ ਮੈਂ ਜਿਹੜੀਆਂ ਮੇਰੀਆਂ ਜ਼ਿੰਦਗੀ ਦੀਆਂ ਪਿਛਲੀਆਂ ਗੱਲਾਂ ਆ ਜਿਹੜੀਆਂ ਉਹ ਮੈਂ ਆਲਵੇਜ਼ ਰਿਮਾਈਂਡ ਕਰਦੀ ਰਹਿੰਦੀ ਆ, ਫਿਰ ਹੱਸਦੀ ਵੀ ਰਹਿੰਦੀ ਆ, ਜਾਂ ਆਪਣੀਆਂ ਫਰੈਂਡਸ ਦੇ ਨਾਲ ਬੈਠ ਕੇ ਸੀਨੀਅਰ ਸੈਂਟਰ ਜਾਂਦੀ ਆ, ਉੱਥੇ ਜਾ ਕੇ ਜਿਹੜੀ ਸਾਨੂੰ ਖੁਸ਼ੀ ਮਿਲਦੀ ਆ ਨਾ ਇਸ ਏਜ ਦੇ ਵਿੱਚ, ਤੇ ਉਹ ਮੈਨੂੰ ਚੰਗੀ ਲੱਗਦੀ ਆ। ਸੋ ਕੁਝ ਪਿੰਡ ਦੀਆਂ ਕੋਈ ਗੱਲਾਂ ਵੀ ਯਾਦ ਆਉਂਦੀਆਂ? ਉਹ ਤਾਂ ਜਦੋਂ ਮੈਂ ਸ਼ੇਅਰ ਕਰਦੀ ਆ ਆਪਣੇ ਭੈਣ ਭਾਈਆਂ ਦਾ, ਕੋਈ ਕਹਿਣ ਦੀ ਗੱਲ ਹੀ ਨਹੀਂ। ਉਹ ਤਾਂ ਮੈਨੂੰ ਲੱਗਦਾ ਮੈਂ ਆਪਣੇ ਪਿਛਲੇ ਬੈਕ ਇਨ ਇੰਡੀਆ ਆਪਣੇ ਪਿੰਡ ਦੀਆਂ ਗੱਲਾਂ ਆਪਣੇ ਭੈਣ ਭਾਈਆਂ ਨਾਲ ਸਾਂਝੀ ਕਰ, ਮੇਰਾ ਖਿਆਲ ਉਹਦੀ ਇੱਕ ਮੈਂ ਬੁੱਕ ਵੀ ਲਿਖ ਸਕਦੀ ਹਾਂ, ਜਾਂ ਅਸੀਂ ਸਾਰਾ ਦਿਨ ਸਾਰੀ ਰਾਤ ਲੰਘ ਸਕਦੀ ਆ ਉਹ ਗੱਲਾਂ ਕਰ ਕਰਕੇ, ਜਾਂ ਹੱਸ ਕੇ ਕਿਸੇ ਦਾ ਮਜ਼ਾਕ ਉਡਾਉਣਾ ਪਿੰਡ ਦੇ ਵਿੱਚ। ਉਦੋਂ ਸਾਨੂੰ ਪਤਾ ਨਹੀਂ ਹੁੰਦਾ ਸੀ ਵੀ ਇਹ ਮਜ਼ਾਕ ਨਹੀਂ ਉਡਾਈਦਾ। ਪਿੰਡ ਦੇ ਵਿੱਚ ਸੋਸ਼ਲ ਲਾਈਫ ਇਹੋ ਜਿਹੀ ਹੁੰਦੀ ਸੀ ਵੀ ਬਸ ਇੱਕ ਗੱਲ ਹੋਣੀ, ਉਹ ਸਾਰੀ ਪਿੰਡ ਦੇ ਵਿੱਚ ਫੈਲ ਜਾਣੀ, ਤੇ ਹੱਸ ਕੇ ਬਹੁਤ ਲੋਕਾਂ ਐਵੇਂ ਕਿਸੇ ਵਿਚਾਰੇ ਨੂੰ ਜੇ ਕੋਈ ਤਕਲੀਫ ਵੀ ਆ ਜਾਂ ਕੁਛ ਵੀ ਆ, ਕੋਈ ਹੈਗਾ ਇੱਕ ਸਾਡੇ ਕੋਲ ਉੱਥੇ ਪ੍ਰਾਇਮਰੀ ਸਕੂਲ ਦੇ ਅੱਗੇ ਨਾ ਕੋਈ ਮੈਂਟਲ ਹੁੰਦਾ ਸੀ, ਉਹ ਲੰਘਦਾ ਹੁੰਦਾ ਸੀ, ਜਦੋਂ ਉਹਨੇ ਲੰਘਣਾ ਤਾਂ ਅਸੀਂ ਉਹਨਾਂ ਦੇ ਮਗਰ ਦੌੜਨਾ ਉੱਚੀ ਉੱਚੀ। ਉਹ ਹੁਣ ਮੈਂ ਮਹਿਸੂਸ ਕਰਦੀ ਹਾਂ ਵੀ ਦੈਟ ਵਾਜ਼ ਰੋਂਗ, ਪਰ ਉਹ ਬਚਪਨਾ ਸੀ, ਇਸ ਕਰਕੇ ਅਸੀਂ ਉਹਨਾਂ ਗੱਲਾਂ ਨੂੰ ਬਹੁਤ ਖੁਸ਼ੀ ਵਿੱਚ ਵੀ ਮਹਿਸੂਸ ਕਰਦੇ ਹੁੰਦੇ ਸੀਗੇ। ਸੋ ਆਈ ਰੀਕਾਲ ਆਲ ਥੀਸ ਥਿੰਗਸ ਜਿਹੜੀਆਂ ਮੇਰੇ ਨਾਲ ਹੈਪਨ ਹੁੰਦੀਆਂ ਸੀ, ਤਾਂ ਮੈਨੂੰ ਖੁਸ਼ੀ ਵੀ ਹੁੰਦੀ ਆ। ਕਈ ਵਾਰੀ ਮੈਂ ਉੱਚੀ ਉੱਚੀ ਹੱਸਦੀ ਵੀ ਆ ਆਪਣੇ ਭੈਣ ਭਾਈਆਂ ਦੇ ਨਾਲ ਫੋਨ ਕਰਕੇ ਉਹਨਾਂ ਨੂੰ, ਵੀ ਆਪਾਂ ਏਦਾਂ ਕਰਦੇ ਹੁੰਦੇ ਸੀਗੇ। ਸੋ ਪ੍ਰਾਇਮਰੀ ਸਕੂਲ ਦੇ ਵਿੱਚ ਖਾਸ ਕਰਕੇ, ਹਾਈ ਸਕੂਲ ਦੇ ਵਿੱਚ ਦੀਆਂ ਗੱਲਾਂ ਕੁਛ ਯਾਦ ਨੇ ਮੈਨੂੰ, ਪਰ ਇਨ ਕੈਨੇਡਾ ਮੇਰੀ ਉਹ ਦਿਲ ਦੀ ਖੁਸ਼ੀ ਜਿਹੜੀ ਹੁੰਦੀ ਨਾ, ਜਿਹੜੀ ਧੁਰ ਦਿਲੋਂ ਖੁਸ਼ੀ ਮਿਲੀ, ਉਹ ਮੈਨੂੰ ਇੰਨੀ ਮੈਂ ਖੁਸ਼ ਨਹੀਂ ਰਹੀ ਹੈਗੀ। ਸੋ ਮੈਂ ਰੀਕਾਲ ਕੀ ਕਰਨੀ ਆ ਇੱਥੇ ਦੀਆਂ ਲਾਈਫ, ਸਿਰਫ ਜਦੋਂ ਮੈਂ ਕਿਤੇ ਕੰਮ ਕਰਦੀ ਸੀ ਉਦੋਂ ਜੋ ਮੇਰੀਆਂ ਫਰੈਂਡਸ ਨਾਲ ਹੁੰਦੀਆਂ ਸੀ, ਉਦੋਂ ਉੱਚੀ ਉੱਚੀ ਹੱਸਣਾ, 20 ਘੰਟੇ ਵੀ ਕੰਮ ਕਰਨੇ ਉੱਥੇ, ਤੇ ਉਹ ਮੈਨੂੰ ਯਾਦ ਆਉਂਦੀਆਂ। ਹੋਰ ਤਾਂ ਕੋਈ ਇਹੋ ਜਿਹੀ ਖਾਸ ਗੱਲ ਨਹੀਂ ਹੈਗੀ ਜਿਹੜੀ ਕਿ ਮੈਂ ਕਹਿ ਸਕਾਂ ਵੀ ਮੈਂ ਬਹੁਤ ਖੁਸ਼ ਹੋਈ ਸੀਗੀ। So thank you ji, thank you, this is all, thank you very much, thank you very much। okay ਇਹ ਤਾਂ ਸੀ ਜੀ ਸ਼ਾਂਤੀ ਹੁਣੀ ਕੈਨੇਡਾ ਤੋਂ ਜਿਹਨਾਂ ਨੇ ਟੈਲੀਫੋਨ ਕੀਤਾ। ਜਿਹੜੀ ਰਿਸਰਚ ਹੈਗੀ ਆ ਉਹ ਵੀ ਇਹ ਦੱਸ ਰਹੀ ਹੈ ਵੀ ਜਿਹੜਾ ਖੁਸ਼ੀ ਦੇ ਪਲ ਜਿਹੜੇ ਜੇ ਤੁਸੀਂ ਉਹਨਾਂ ਨੂੰ ਬਾਰ-ਬਾਰ ਯਾਦ ਕਰਦੇ ਆ, ਖੁਸ਼ ਹੁੰਦੇ ਹੈਗੇ ਆ, ਉਹਨਾਂ ਪਲਾਂ ਨੂੰ ਯਾਦ ਕਰਕੇ ਤੁਹਾਡੀ ਜਿਹੜੀ ਮਾਨਸਿਕ ਸਿਹਤ ਹੈ ਉਹ ਵੀ ਚੰਗੀ ਰਹਿੰਦੀ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਜਗਦੀਸ਼ ਸਿੰਘ ਬੋਲਦਾ ਜੀ, ਗਲਾਸਗੋ ਤੋਂ। ਜਗਦੀਸ਼ ਜੀ, ਕੀ ਕਹਿਣਾ ਚਾਹੋਗੇ?
जब तुहाडे वर्गे सुघड़ सियाणे बंदे सामने आउंदे है, हाँ जी, तो मन नूं खुशी तो अपने आप ही होनी है। अच्छा, थैंक यू थैंक यू। ये सिर्फ मुलम्मा या उपरों उपरों चोपड़न वाली गल नहीं, उड़ीकते रहने भी कदों मंगलवार आवे, कदों 7 वजन ते कदों तुहाडे सोहणे सोहणे विचार सुनिए। थैंक यू, थैंक यू। कोई इहो जी चीज़ जिहड़ी कई बारी मन च आई नहीं हुंदी, वो फिर तुसीं इहो जिहा हुलारा दिंदे हो तो फिर मन नूं ਉਹ बहुत चंगा लगता है कि आ जिंदगी का पहलू सोचिया ही नहीं सी। थैंक यू जी। देखो बचपन दे विच जिहड़ा ना स्कूल तो साडी यादाश्त जिहड़ी है ना उदों याद रहिंदी है। 2-3 साल की उम्र तक तो कुछ पता नहीं लगता भी। बिल्कुल बिल्कुल बिल्कुल। उदों फिर ये आउंदा है कि उम्र हुंदी है उड़न दी। हाँ, बच्चा छलांगा मारदा, हसदा खेलदा, थोड़ी बहुती पढ़ाई करदा, थोड़ी बहुत इलता भी करदा, भज भज के स्कूल नूं जांदा, भज हर चीज़ भज के करदा। ओनू तुसीं मन दी खुशी कह सकते हो। बिल्कुल बिल्कुल। ओनू आपां मन दी शांति दा लफ्ज़ नहीं दे सकते कि शांति जिहड़ी ना ओह अगली उम्र दे विच शांति और अशांति दा जिहड़ा एहसास हुंदा उदों मन दी खुशी हुंदी है। ते जिहड़ा तुसीं आनंद दा लफ्ज़ कई बारी वरतिया ना अज हुण अपने भाषण दे विच, ओह आनंद दा मेरे ख्याल आत्मा नाल संबंध है। खुशी दा मन नाल संबंध है। हाँ जी हाँ जी हाँ जी। अच्छा, खुशियां जिहड़ियां ना वो फिर सफलतावां होई जांदियां, तरक्की होई जांदी है। बहुते बंदियां दी जिंदगी दे विच अगर कोई अणसुखावी घटना ना वापरे परिवार दे विच, ਉਹਨਾਂ ਨੂੰ ਛੋਟੀ ਛੋਟੀ ਸਫਲਤਾਵਾਂ ਵੀ ਯਾਦ ਰਹਿੰਦੀਆਂ ਵੀ ਕਿੱਦਾਂ ਮੈਂ 5ਵੀਂ 'ਚ ਪਾਸ ਹੋਇਆ, ਕਿੱਦਾਂ ਮੈਂ ਹਾਈ ਸਕੂਲ ਦੇ ਵਿੱਚ ਗਿਆ, ਉਚੇਰੀ ਪੜ੍ਹਾਈ, ਡਿਗਰੀ ਹਾਸਲ ਕੀਤੀ, ਜੀਵਨ ਸਾਥੀ ਨਾਲ ਮਿਲਾਪ ਹੋ ਗਿਆ, ਨੰਨੇ ਬੱਚੇ ਦਾ ਆਗਮਨ ਹੋ ਗਿਆ, ਕਾਰੋਬਾਰ ਵਿੱਚ ਸਫਲਤਾ ਹੁੰਦੀ ਚਲੀ ਗਈ। ਤੇ ਕਈ ਵਾਰੀ ਅਚਾਨਕ ਜ਼ਿੰਦਗੀ ਦੇ ਵਿੱਚ ਕੋਈ ਅਨੋਖੀ ਖੁਸ਼ੀ ਵਾਪਰ ਜਾਂਦੀ ਹੈ, ਜਿਵੇਂ ਕਿਸੇ ਦੀ ਲੋਟਰੀ ਨਿਕਲਿਆ ਜੀ। ਹਾਂ ਬਿਲਕੁਲ, ਕੁਛ ਕੀਤਾ ਹੀ ਬੰਦਾ ਬੜਾ ਖੁਸ਼ ਹੁੰਦਾ ਵੀ ਲੈ ਵੀ ਜਿਹੜਾ ਗਰੀਬੀ ਦਾ ਦਲਿੱਦਰ ਧੋਤਾ ਗਿਆ। ਅੱਛਾ, ਮਨ ਦੁਖੀ ਉਦੋਂ ਹੁੰਦਾ ਜਦੋਂ ਅਸਫਲਤਾ ਨਾਲ ਟਾਕਰਾ ਹੋ ਜਾਵੇ। ਅਸਫਲਤਾ ਜ਼ਿੰਦਗੀ ਵਿੱਚ ਕਦੇ ਨਾ ਕਦੇ ਹਰੇਕ ਬੰਦੇ ਨੂੰ ਕਿਸੇ ਨਾ ਕਿਸੇ ਪੜਾਅ ਤੇ ਹੋ ਹੀ ਜਾਂਦੀ ਆ। ਬਹੁਤੇ ਬੰਦੇ ਭੂਤਕਾਲ ਵਿੱਚ ਜਿਉਂਦੇ ਨੇ। ਬਚਪਨ ਹੁਣ ਮੈਂ ਕਿੰਨੀ ਗੱਲਾਂ ਕਰਤੀਆਂ ਤੁਹਾਨੂੰ ਵੀ 5ਵੀਂ ਦੀ ਪੜ੍ਹਾਈ, 8ਵੀਂ ਦੀ ਪੜ੍ਹਾਈ, ਅੰਗਰੇਜ਼ੀ ਲੱਗਣੀ ਸ਼ੁਰੂ ਹੋ ਗਈ, ਪੜ੍ਹਨੀ ਸ਼ੁਰੂ ਹੋ ਗਈ। ਫਿਰ ਅੰਗਰੇਜ਼ੀ ਸਿੱਖਣ ਦੇ ਵਿੱਚ ਕੋਈ ਜਿਹੜੀ ਡਿਫੀਕਲਟੀ ਆਉਂਦੀ ਸੀ ਉਹਦਾ ਹਾਸਾ ਖੇਲਾ ਕਰਨਾ। ਜਿਹੜੇ ਲਫ਼ਜ਼ ਨਹੀਂ ਆਉਂਦੇ ਸੀਗੇ ਉਹਨੂੰ ਅਸੀਂ ਬਣਾ ਲੈਂਦੇ ਸੀਗੇ ਵੀ ਜਿਵੇਂ ਬਹੁਤੀ ਅੰਗਰੇਜ਼ੀ ਬੋਲਣੀ ਹੈ। ਮਾਸਟਰ ਨੇ ਵੀ ਕਿਹਾ ਬਹੁਤੀ ਅੰਗਰੇਜ਼ੀ ਬੋਲ ਲਿਆ ਨਾ ਹੋਵੇ ਤਾਂ ਵਿੱਚ ਪੰਜਾਬੀ ਲਫ਼ਜ਼ ਕੋਈ ਲਾ ਦਿਓ। ਉਹ ਬੰਦਾ ਮੁੰਡਾ ਟੂਟੀ ਤੇ ਪਾਣੀ ਪੀਂਦਾ ਸੀਗਾ ਤੇ ਪਿੱਛੇ ਇੱਕ ਹੋਰ ਖੜਾ ਸੀਗਾ, ਉਹ ਕਹਿੰਦਾ ਹਰੀ ਹਰੀ ਡਰਿੰਕ ਲੈ, ਛੇਤੀ ਛੇਤੀ ਪਾਣੀ ਪੀ ਲੈ, ਕਹਿੰਦਾ ਨੈਕਸਟ ਟਰਨ ਮਾਈਨ ਕਮਿੰਗ। ਯੈਸ, ਉਹ ਪਹਿਲਾਂ ਕਹਿੰਦਾ ਵਾਟਰ ਇਜ਼ ਟੱਚਿੰਗ ਕੂਲ ਟੂ ਮਾਈ ਟੀਥ, ਪਾਣੀ ਮੇਰੇ ਦੰਦਾਂ ਨੂੰ ਕਹਿੰਦਾ ਠੰਡਾ ਲੱਗਦਾ, ਹਾਊ ਆਈ ਡਰਿੰਕ ਹਰੀ ਹਰੀ। ਮੈਂ ਮਤਲਬ ਕਿ ਇਸ ਤਰ੍ਹਾਂ ਦੀਆਂ ਜਿਹੜੀ ਘਟਨਾਵਾਂ ਵਾਪਰਦੀਆਂ ਨੇ ਉਹ ਤੁਹਾਨੂੰ ਹਮੇਸ਼ਾ ਯਾਦ ਰਹਿੰਦੀਆਂ ਔਰ ਸੱਚੀ ਹੋਈ ਹੈ ਮੇਰੇ ਸਕੂਲ ਦੇ ਵਿੱਚ। ਅੱਛਾ, ਬਹੁਤੇ ਬੰਦੇ ਭੂਤਕਾਲ ਜਿਉਂਦੇ ਨੇ ਔਰ ਭਵਿੱਖ ਵਿੱਚ ਵੀ ਖੁਸ਼ੀ ਦੀ ਉਡੀਕ ਰਹਿੰਦੀ ਹੈ ਵੀ ਮੇਰੇ ਪੋਤਾ ਹੋ ਜਾਵੇ, ਹੁਣ ਪੋਤੇ ਨੂੰ ਐਡਮਿਸ਼ਨ ਮਿਲ ਜਾਵੇ, ਹੁਣ ਉਹ ਤਰੱਕੀ ਕਰ ਲਵੇ, ਜਾਂ ਪੋਤੀ ਆ ਉਹ ਸਾਈਕਲ ਚਲਾਉਣਾ ਸਿੱਖ ਜਾਵੇ। ਫਿਰ ਜਿਉਣ ਨੂੰ ਜੀ ਕਰਦਾ, ਲੇਕਿਨ ਵਿੱਚ ਆ ਜਾਂਦੇ ਫਿਕਰ। ਹੁਣ ਇਹ ਗੱਲ ਆਉਂਦੀ ਹੈ ਵੀ ਬੈਠੇ ਬੈਠੇ ਖੁਸ਼ੀ ਦੀਆਂ ਗੱਲਾਂ ਕਰਦੇ ਕਰਦੇ ਫਿਰ ਫਿਕਰ ਹੋਣ ਲੱਗ ਜਾਂਦਾ ਵੀ ਕਿਤੇ ਮੇਰਾ ਆਹ ਕੰਮ ਨਾ ਖਰਾਬ ਹੋ ਜਾਵੇ। ਉਹ ਫਿਕਰ ਜਿਹੜਾ ਨਾ ਉਹ ਖੁਸ਼ੀ ਦਾ ਜਿਹੜਾ ਕੰਬਲ ਹੁੰਦਾ ਤੇ ਉਹਨੂੰ ਲਾ ਕੇ ਤੇ ਫਿਕਰ ਦਾ ਜਿਹੜਾ ਬਲੈਂਕਟ ਭਾਰਾ ਹੋਣ ਲੱਗ ਜਾਂਦਾ। ਹਾਂਜੀ ਹਾਂਜੀ। ਉਦੋਂ ਫਿਰ ਬੰਦਾ ਕਹਿੰਦਾ ਵੀ ਮੈਨੂੰ ਇਹ ਜਿਹੇ ਬਾਰੇ ਓਹੜ ਪੋਹੜ ਕਰਨੀ ਚਾਹੀਦੀ ਹੈ, ਮੈਨੂੰ ਕੁਛ ਕਰਨਾ ਚਾਹੀਦਾ ਤਾਂ ਕਿ ਵੀ ਇਹ ਮੇਰੇ ਕੋਲ ਕੰਮ ਖਰਾਬ ਨਾ ਹੋਵੇ। ਜੇ ਫਿਕਰ ਨਾ ਹੋਣ ਨਾ, ਜ਼ਿੰਮੇਵਾਰੀਆਂ ਨਾ ਹੋਣ ਤਾਂ ਜੀਵਨ ਜਿਉਣ ਨੂੰ ਜੀਵ ਨਹੀਂ ਕਰਦਾ। ਫਿਰ ਕਿਸ ਚੀਜ਼ ਵਾਸਤੇ ਜਿਉਣਾ? ਫਿਰ ਤਾਂ ਜ਼ਿੰਦਗੀ ਔਰ ਮੌਤ ਇੱਕੋ ਜਿਹੀ ਹੋ ਗਈ। ਇਹ ਵੀ ਗੱਲ ਹੈ। ਸਭ ਤੋਂ ਆਖਰਲੀ ਚੀਜ਼ ਇਹ ਆਉਂਦੀ ਹੈ, ਰਿਸ਼ਤੇਦਾਰਾਂ ਨਾਲੋਂ ਦੋਸਤ ਜਿਹੜੇ ਨਾ, ਖਾਸ ਕਰਕੇ ਬਚਪਨ ਦੇ ਦੋਸਤ, ਉਹ ਖੁਸ਼ੀ ਤੁਹਾਡੇ ਇੰਜੈਕਸ਼ਨ ਲਾਉਂਦੇ ਆ। ਪੁਰਾਣੀਆਂ ਗੱਲਾਂ ਯਾਦ, ਤੈਨੂੰ ਯਾਦ ਆਪਾਂ ਉੱਥੇ ਗਏ ਸੀ, ਤੈਨੂੰ ਯਾਦ ਆ ਫਿਲਮ ਦੇਖਣ ਗਏ ਸੀ, ਯਾਦ ਫਿਲਮ ਦੇਖਣ ਗਏ, ਘਰ ਆ ਕੇ ਫਿਰ ਕੁੱਟ ਪਈ ਸੀਗੀ, ਤੈਨੂੰ ਯਾਦ ਆ ਵੀ ਤੂੰ ਬਹਾਨਾ ਲੱਗ ਗਿਆ ਮੈਂ ਦੇਖਣੀ ਆ ਵੀਰ ਆਪਣੀ ਮੰਨੀ ਹੂੰ, ਤੇ ਉਹ 3 ਘੰਟੇ 'ਚ ਖਤਮ ਹੁੰਦੀ ਹੈ। ਘਰ ਆਇਆ ਤੇ ਘਰਦਿਆਂ ਨੂੰ ਪਤਾ ਲੱਗ ਗਿਆ ਵੀ 4.5 ਘੰਟੇ 'ਚ ਤਾਂ ਸੰਗਮ ਖਤਮ ਹੁੰਦੀ ਹੈ, ਚੰਗੀ ਚੌਥੋ ਹੋਈ। ਏਦਾਂ ਦੀਆਂ ਗੱਲਾਂ ਜਿਹੜੀਆਂ ਨਾ ਉਹ ਤੁਹਾਡੇ ਬਚਪਨ ਦੇ ਦੋਸਤ ਯਾਦ ਕਰਾਉਂਦੇ ਆ। ਉਹਨਾਂ ਦੇ ਨਾਲ ਰਾਬਤਾ ਰੱਖਣਾ
ਹੁਣ ਭਾਵੇਂ ਤੁਸੀਂ ਇੱਥੇ ਬੈਠੇ ਹੋ, ਜਿਹੜੇ ਪੰਜਾਬ ਦੇ ਵਿੱਚ ਸਾਡੇ ਉੱਥੇ ਦੋਸਤ ਬੈਠੇ, ਉਹਨਾਂ ਨੂੰ ਕਦੀ ਫੋਨ ਕਰਦੇ ਆ, ਕੋਈ ਟੈਕਸਟ ਮੈਸੇਜ ਭੇਜਦੇ ਆ, ਉਹਨਾਂ ਨਾਲ ਗੱਲਾਂ ਕਰਕੇ ਭਾਵੇਂ ਕੋਈ ਡਾਇਰੈਕਟ ਉਹਨਾਂ ਦੀ ਕੋਈ ਦੱਸੀ ਹੋਈ ਗੱਲ ਨਾ ਵੀ ਯਾਦ ਆਵੇ, ਇੱਦਾਂ ਹੀ ਲੇਕਿਨ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਹੋਰ ਯਾਦਾਂ ਜਿਹੜੀਆਂ ਨਾ ਉਹ ਸਾਨੂੰ ਬਹੁਤ ਤਾਜ਼ਾ ਰੱਖਦੀਆਂ ਨੇ। ਨਹੀਂ ਤਾਂ ਫਿਰ ਜਿਹੜੀ ਨਾ 50 ਸਾਲ ਦੀ ਉਮਰ ਤੋਂ ਬਾਅਦ ਫਿਕਰ ਜ਼ਿਆਦਾ ਸ਼ੁਰੂ ਹੋ ਜਾਂਦੇ ਆ। ਇਹ ਫਿਕਰ ਜਿਹੜੇ ਉਹ ਪੁਰਾਣੀਆਂ ਖੁਸ਼ੀਆਂ ਨੂੰ ਤੇ ਆਤਮਾ ਦਾ ਜਿਹੜਾ ਆਨੰਦ ਲੱਭਦਾ ਹੁੰਦਾ ਉਹਨੂੰ ਉਹ ਕੁਝ ਨੁਕਸਾਨ ਕਰਨ ਲੱਗ ਪੈਂਦੇ ਆ। ਇੱਕ ਗੱਲ ਮੈਂ ਜਾਣਦਾ ਹੋਇਆ ਕਹਿ ਦੇਵਾਂ ਵੀ ਆਨੰਦ ਜਿਹੜੀ ਅਵਸਥਾ ਹੈ ਨਾ ਉਹਦੇ ਉਲਟ ਕੋਈ ਬੇਆਨੰਦ ਲਫ਼ਜ਼ ਨਹੀਂ ਹੈ। ਖੁਸ਼ੀ ਦੇ ਉਲਟ ਤਾਂ ਗਮ ਵੀ ਹੈ, ਲੇਕਿਨ ਆਨੰਦ ਦੇ ਉਲਟ ਬੇਆਨੰਦ ਦੀ ਅਵਸਥਾ ਕੋਈ ਨਹੀਂ। ਇਸੇ ਕਰਕੇ ਆਪਾਂ ਕਹਿੰਦੇ ਨਾ ਵੀ ਆਨੰਦ ਕਾਰਜ ਰਸਮ ਹੋਵੇ। ਆਨੰਦ ਕਾਰਜ ਵਰਗੀ ਹੋਰ ਕੋਈ ਰਸਮ ਨਹੀਂ ਹੈਗੀ, ਉਹਦਾ ਨਾ ਹੀ ਕੋਈ ਉਹਦਾ ਨੈਗੇਟਿਵ ਹੈ। ਤੇ ਇੰਨੇ ਸ਼ਬਦ ਕਹਿੰਦਾ ਹੋਇਆ ਮੈਂ ਤੁਹਾਡੇ ਕੋਲ ਯਾਦ ਜਾਊਂਗਾ। ਹੋਰ ਵੀ ਬੰਦੇ ਲਾਈਨ 'ਚ ਲੱਗੇ ਹੋਣ, ਉਹ ਵੀ ਦੱਸਣਗੇ ਉਹਨਾਂ ਦੀ ਮਨ ਦੀ ਖੁਸ਼ੀ ਕੀ ਹੈ ਤੇ ਆਤਮਾ ਦਾ ਆਨੰਦ ਕੀ ਹੈ, ਔਰ ਕਿਵੇਂ ਵੱਧ ਤੋਂ ਵੱਧ ਆਪਾਂ ਉਸ ਜੀਵਨ ਵਿੱਚ ਜੀ ਸਕਦੇ ਹਾਂ। ਕੋਈ ਜ਼ਰੂਰੀ ਨਹੀਂ ਹੈਗਾ ਕਿ ਪਾਸਟ ਵਿੱਚ ਜਾਂ ਭੂਤਕਾਲ ਦੇ ਵਿੱਚ ਹੀ ਅਸੀਂ ਲੱਭੀਏ, ਪ੍ਰੈਜ਼ੈਂਟ ਦੇ ਵਿੱਚ ਵੀ ਜਿਹੜਾ ਵਰਤਮਾਨ ਕਾਲ ਹੈ ਉਹਦੇ ਵਿੱਚ ਵੀ ਅਸੀਂ ਖੁਸ਼ੀ ਹਾਸਲ ਕਰ ਸਕਦੇ ਹਾਂ, ਆਤਮਾ ਆਨੰਦ ਲੈ ਸਕਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਮੇਰੇ ਵੀਰ। ਇਹ ਤਾਂ ਸੀ ਜੀ ਜਗਦੀਸ਼ ਸਿੰਘ ਹੋਣੀ ਗਲਾਸਗੋ ਤੋਂ, ਜਿਨ੍ਹਾਂ ਨੇ ਆਪਣੇ ਤਜਰਬੇ ਆਪਣੇ ਨਾਲ ਸਾਂਝੇ ਕੀਤੇ, ਆਪਣੀ ਗੱਲਾਂ ਸਾਂਝੀਆਂ ਕੀਤੀਆਂ। ਇਹ ਸਾਇੰਸਦਾਨਾਂ ਨੇ ਪ੍ਰੂਵ ਕੀਤਾ ਹੈਗਾ, ਜੋ ਤੁਸੀਂ ਖੁਸ਼ੀ ਦੇ ਪਲਾਂ ਨੂੰ ਵਾਰ-ਵਾਰ ਚੇਤੇ ਕਰਦੇ ਹੈਗੇ ਆ, ਤੁਹਾਡੀ ਮਾਨਸਿਕ ਸਿਹਤ ਵੀ ਚੰਗੀ ਰਹਿੰਦੀ ਹੈ, ਤੁਹਾਡੀ ਫਿਜ਼ੀਕਲ ਸਿਹਤ ਵੀ ਚੰਗੀ ਰਹਿੰਦੀ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਹਾਂ ਜੀ, ਕੀ ਕਹਿਣਾ ਚਾਹੋਗੇ ਮਾਨ ਸਾਹਿਬ? ਤੁਸੀਂ ਜਿਹੜੀਆਂ ਜ਼ਿੰਦਗੀ ਦੀਆਂ ਯਾਦਾਂ ਨਾ, ਖੁਸ਼ੀਆਂ, ਉਹ ਉਦੋਂ ਮਿਲਦੀ ਹੈ ਜਦੋਂ ਬੰਦਾ ਨਾ ਪਹਿਲੇ ਤੇ ਆਪਣੀ ਮਾਂ ਨੂੰ ਪਛਾਣਨ ਲੱਗਦਾ। ਕਿ ਉਦੋਂ ਬੜੀ ਖੁਸ਼ੀ ਹੁੰਦੀ ਹੈ ਬੱਚੇ ਨੂੰ ਕਿ ਮੈਂ ਮੇਰੀ ਮਾਂ, ਉਹਨੂੰ ਜਾਣਨ ਲੱਗਦਾ ਉਦੋਂ। ਬਿਲਕੁਲ ਬਿਲਕੁਲ। ਤੇ ਉਹ ਤੋਂ ਬਾਅਦ ਜਦੋਂ ਬੱਚਾ ਪੜ੍ਹਨ ਲੱਗ ਪੈਂਦਾ, ਉਹ ਤੋਂ ਬਾਅਦ ਜਦੋਂ ਕੋਈ ਡਿਪਲੋਮਾ ਕਰ ਲੈਂਦਾ, ਜਦੋਂ ਫਿਰ ਉਹ ਤੋਂ ਬਾਅਦ ਫਿਰ ਨੌਕਰੀ ਤੇ ਲੱਗ ਜਾਂਦਾ, ਜਦੋਂ ਪਹਿਲਾ ਕੰਮ ਮਿਲਦਾ ਉਹਨੂੰ, ਉਹ ਤੋਂ ਬਾਅਦ ਫਿਰ ਬੱਚਿਆਂ ਵਾਲਾ ਹੋ ਜਾਂਦਾ। ਉਦੋਂ ਫਿਰ ਜਦੋਂ ਖੁਸ਼ੀ ਮਿਲਦੀ, ਜਦੋਂ ਉਹਦੇ ਗ੍ਰੈਂਡਸਨ ਬੱਚੇ ਪੈਦਾ ਹੋ, ਫਿਰ ਬੜੀ ਖੁਸ਼ੀ ਹੁੰਦੀ ਆ। ਤੇ ਦੂਸਰੀ ਗੱਲ ਆ, ਫਿਰ ਉਸੇ ਵੇਲੇ ਕਈ ਵਾਰੀ ਨਮੋਸ਼ੀ ਵੀ ਹੋ ਜਾਂਦੀ ਹੈ ਕਿ ਜਦੋਂ ਕੋਈ ਆਪਣੇ ਨਾਲੋਂ ਥੋੜਾ ਵਿਛੜ ਜਾਏ। ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਤਾਂ ਖੁਸ਼ੀ ਤੇ ਗਮੀਆਂ ਇਨਸਾਨ ਦੇ ਨਾਲ ਆ। ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਉਦੋਂ ਹੁੰਦੀ ਹੈ ਨਾ, ਜਦੋਂ ਮੈਂ ਜਿੱਦਾਂ ਤੁਹਾਡੇ ਜਿਹੜੇ ਵਰਗੇ ਇਨਸਾਨ ਆ ਨਾ, ਮੇਰੇ ਖਿਆਲਾਂ ਤੇ ਜਦੋਂ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ, ਥੈਂਕ ਯੂ ਥੈਂਕ ਯੂ, ਉਹਨਾਂ ਦੇ ਨਾਲ ਖੁੱਲ ਕੇ ਗੱਲਾਂ ਜਿਹੜੀਆਂ ਕਰੀਦੀਆਂ ਨਾ, ਕਿਉਂਕਿ ਖਿਆਲ ਮਿਲਦੇ ਹੁੰਦੇ ਆ, ਉਸ ਵੇਲੇ ਬਹੁਤ ਖੁਸ਼ੀ ਹੁੰਦੀ ਆ। ਜਿੱਦਾਂ ਸਾਡੇ ਪਹਿਲੇ ਕਾਲਰ ਸਾਹਿਬ ਨੇ ਦੱਸਿਆ ਹੈਗਾ ਆ ਕਿ ਅਸੀਂ ਵੇਟ ਕਰਦੇ ਰਹਿੰਦੇ ਵੀ ਕਦੋਂ ਤੁਹਾਡਾ ਪ੍ਰੋਗਰਾਮ ਆ। ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ। ਇਹ ਜਿਹੜੀ ਚੀਜ਼ ਹੈ ਨਾ, ਕਿ ਇਹ ਉਦੋਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਖਿਆਲਾਂ ਦੇ ਬੰਦੇ ਨੂੰ ਮਿਲਦਾ। ਤੇ ਦੂਸਰੀ ਗੱਲ ਇਹ ਹੈ ਨਾ ਕਿ ਇੱਕ ਸਾਡੀ ਭੈਣ ਜੀ ਨੇ ਪੁਰਾਣੀਆਂ ਗੱਲਾਂ ਦੀ ਯਾਦ ਦੱਸ ਦਿੱਤੀ ਕਿ ਇਨਸਾਨ ਦੀ ਜਿਹੜੀ ਲਾਈਫ ਹੈ ਨਾ ਜੀ, ਇਹ ਟੋਟਲੀ ਜਿਹੜੀ ਹੈ ਡਿਫੀਕਲਟ ਐਗਜ਼ਾਮ ਆ ਇਹਦੇ ਲਈ। ਕਿ ਕਈ ਆਦਮੀ ਉਦੋਂ ਫੇਲ ਹੁੰਦੇ ਜਦੋਂ ਦੂਸਰੇ ਦੀ ਕਾਪੀ ਕਰਨ ਲੱਗਦੇ ਆ। ਜਦੋਂ ਦੂਸਰੇ ਦੀ ਕਾਪੀ ਕਰਨ ਲੱਗਦੇ ਆ ਨਾ, ਉਦੋਂ ਫਿਰ ਫੇਲ ਹੁੰਦੇ ਆ। ਇਹ ਨਹੀਂ ਰਿਅਲਾਈਜ਼ ਕਰਦੇ ਕਿ ਹਰੇਕ ਆਦਮੀ ਦੇ ਲਾਈਫ ਦੇ ਜੁਦੇ ਜੁਦੇ ਪੇਪਰ ਤੇ ਜੁਦੇ ਉਹਦੇ ਆਨਸਰ ਹੈਗੇ ਆ। ਬਿਲਕੁਲ 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 ਬਿਲਕੁਲ। ਇਹ ਜਿਹੜੀ ਚੀਜ਼ ਹੈ ਨਾ, ਕਿ ਦੂਸਰੇ ਦੀ ਕਾਪੀ ਨਹੀਂ ਕਰਨੀ ਚਾਹੀਦੀ, ਆਪਣਾ ਜਿਹੜਾ ਜੀਵਨ ਹੈ ਉਹਨੂੰ ਦੇਖਣਾ ਚਾਹੀਦਾ ਵੀ ਮੈਂ ਇਹਨੂੰ ਕਿਸ ਤਰ੍ਹਾਂ ਸਿੰਪਲ ਔਰ ਸਾਦੇ ਤਰੀਕੇ ਨਾਲ ਜੀਵਾਂ। ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਨਸਾਨ ਨੂੰ ਖੁਸ਼ੀ ਗਮੀ ਤਾਂ ਆਉਂਦੀ ਰਹਿੰਦੀ ਆ। ਤੇ ਦੂਸਰੀ ਅੱਜ ਹੈਗਾ ਆ ਵੂਮਨ ਡੇਜ਼। ਬਿਲਕੁਲ, ਇਹਦੇ ਬਾਰੇ ਬਾਅਦ ਚ ਮੈਂ ਕਿਸੇ ਗੱਲ ਕਰੂੰਗਾ, ਨਹੀਂ ਤਾਂ ਮੈਂ ਕਿਹਾ ਗੱਲ ਇੱਧਰੋਂ ਤੁਰ ਪੈਣੀ ਹੈ। ਅੱਛਾ ਜੀ, ਕੋਈ ਗੱਲ ਨਹੀਂ। ਹੋਰ ਅੱਜ ਹੈਗਾ ਵੂਮਨ ਡੇਜ਼ ਹੈਗਾ ਨਾ। ਸਭ ਤੋਂ ਪਹਿਲਾਂ ਆਪਣੀ ਜਿਹੜੀ ਮਾਤਾ ਆ ਉਹਨੂੰ ਨਮਸਕਾਰ ਆ ਕਿ ਜਿਹਨੇ ਮੈਨੂੰ ਜਨਮ ਦਿੱਤਾ। ਬਿਲਕੁਲ ਬਿਲਕੁਲ। ਹਾਂਜੀ। ਤੇ ਦੂਸਰੀ ਗੱਲ ਹੈ ਕਿ ਜਿਹੜੀ ਇੱਕ ਕਿਸੇ ਨੂੰ ਪੁੱਛਿਆ ਕਿ ਤੁਸੀਂ ਘਰ ਦੇ ਵਿੱਚ ਭੈਣ ਜੀ ਕੀ ਕੰਮ ਕਰਦੇ ਹੋ? ਉਹਨੇ ਕਿਹਾ ਕਿ ਮੈਂ ਕਹਿੰਦੇ ਵੀ ਮੈਂ ਫੁੱਲ ਟਾਈਮ ਵਰਕਰ ਵੀ ਆ। ਅੱਛਾ। ਸਵੇਰ ਦਾ ਅਲਾਰਮ ਵੀ ਆ ਮੈਂ, ਕਿ ਬੱਚਿਆਂ ਨੂੰ ਉਠਾ ਲੈਣਾ ਸਾਰਾ ਕੁਝ। ਮੈਂ ਫਿਰ ਘਰ ਦੀ ਰੈਸਟੋਰੈਂਟ ਦੀ ਕੁੱਕ ਵੀ ਆ। ਮੈਂ ਬੱਚਿਆਂ ਦੀ ਟੀਚਰ ਵੀ ਹੈਗੀ ਆ। ਮੈਂ ਬਜ਼ੁਰਗਾਂ ਦੀ ਨਰਸ ਵੀ ਆ। ਬਿਲਕੁਲ ਬਿਲਕੁਲ। ਮੈਂ ਘਰ ਦੀ ਰਖਵਾਲੀ ਔਰ ਸਿਕਿਉਰਿਟੀ ਗਾਰਡ ਵੀ ਆ। ਬਿਲਕੁਲ ਬਿਲਕੁਲ। ਹਾਂਜੀ। ਮਹਿਮਾਨਾਂ ਦੀ ਦੇਖਭਾਲ ਵੀ ਕਰਦੀ ਆ। ਮੈਂ
ਆਪਣੇ ਬਿਹਾਰਾਂ ਦੇ ਵਿੱਚ ਸਜ ਧੱਜ ਕੇ ਮਾਡਲ ਵੀ ਹਾਂ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਮੈਂ ਆਪਣੇ ਪਤੀ ਦੀ ਹੀਰੋਇਨ ਵੀ ਹਾਂ। ਹਾਂ ਮੈਨੂੰ ਕੋਈ ਛੁੱਟੀ ਨਹੀਂ ਹੁੰਦੀ ਕਹਿੰਦੀ ਸਾਰੀ ਜੀਵਨ ਦੇ ਵਿੱਚ। ਜਦੋਂ ਫਿਰ ਮੈਨੂੰ ਕੋਈ ਤਨਖਾਹ ਵੀ ਨਹੀਂ ਮਿਲਦੀ। ਇਸ ਤੋਂ ਬਾਅਦ ਵੀ ਜਦੋਂ ਕੋਈ ਮੇਰਾ ਦਿਲ ਛਲਣੀ ਕਹਿੰਦੀ ਹੋ ਜਾਂਦਾ, ਜਦੋਂ ਕਹਿੰਦੇ ਆ ਘਰੋਂ ਬਾਹਰੋਂ ਆ ਕੇ ਤੂੰ ਸਾਰੀ ਦਿਹਾੜੀ ਘਰ ਦੇ ਵਿੱਚ ਕਰਦੀ ਕੀ ਰਹੀ। ਇਦਾਂ ਹੀ। ਸੋ ਸਾਥੀਓ, ਅੱਜ ਵੂਮਨ ਡੇ ਆ ਸਰ, ਜਿੰਨੇ ਵੀ ਬੀਬੀਆਂ ਭੈਣਾਂ ਉਹਨਾਂ ਦੀ ਕਦਰ ਕਰਨਾ ਸਿੱਖੋ। ਮੈਨੇ ਕਹਿੰਦਾ ਹੋਇਆ ਆਪ ਜੀ ਤੋਂ ਆਗਿਆ ਮੰਗਦਾ। ਜੈ ਭੀਮ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਮੇਰੇ ਵੀਰ ਪ੍ਰੇਮ ਮਾਨ ਹੋਣੀ ਲੰਡਨ ਤੋਂ, ਜਿਨ੍ਹਾਂ ਨੇ ਫੋਨ ਕੀਤਾ, ਜਿਨ੍ਹਾਂ ਨੇ ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ, ਕਿਉਂਕਿ ਇਹਨਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ। ਚੌਹਾਨ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਖੁਸ਼ੀ ਬਾਰੇ ਤੇ ਆਨੰਦ ਬਾਰੇ? ਦੇਖੋ, ਜਿਹੜਾ ਖੁਸ਼ੀ ਤਾਂ ਆਨੰਦ ਆ, ਹਾਂਜੀ ਹਾਂਜੀ, ਇਹ ਪ੍ਰਾਪਤ ਕਰਨ ਲਈ ਵੀ ਬਹੁਤ ਜਦੋਜਹਿਦ ਕਰਨੀ ਪੈਂਦੀ ਹੈ। ਕਿਉਂਕਿ ਜਿਹੜਾ ਜੀਵਨ ਹੈ ਇੱਕ ਸੰਘਰਸ਼ ਹੈ। ਬਿਲਕੁਲ ਬਿਲਕੁਲ। ਦੂਸਰਾ, ਜਿਹੜੀ ਸਮਾਜ ਦੇ ਵਿੱਚ ਨਾਮ ਬਰਾਬਰੀ ਹੈ ਨਾ, ਹਾਂ, ਇਹ ਬਹੁਤ ਜਾਨੀ ਬੁਰੀ ਚੀਜ਼ ਆ। ਪਰ ਉਹ ਜਿਹੜੇ ਹੁਣ ਇਹ ਨਾਮ ਬਰਾਬਰੀ ਦੇ ਸ਼ਿਕਾਰ ਆ, ਜੇ ਉਹ ਕੁਝ ਕਰਨਗੇ ਇਹਨਾਂ ਤਾਂ ਖੁਸ਼ੀ ਕਿੱਦਾਂ ਆ ਜਾਊਗੀ? ਬਿਲਕੁਲ 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 ਬਿਲਕੁਲ। ਕਿਉਂਕਿ ਮੈਂ ਆਪਣੇ ਜੀਵਨ 'ਚ ਦੇਖਿਆ ਵੀ ਜਿਹੜਾ ਵਿਦਿਆ ਸਿਰਫ ਥੋੜੇ ਲੋਕਾਂ ਕੋਲ ਸੀ। ਪਰ ਮੈਂ 1951 ਚ ਸਕੂਲ ਜਾਣਾ ਸ਼ੁਰੂ ਕੀਤਾ। ਉਹ ਜਿਸ ਵੇਲੇ ਫਿਰ ਅਸੀਂ ਉਹ ਸਕੂਲ ਦੇ ਵਿਦਿਆਰਥੀ ਇਕੱਠੇ ਹੁੰਦੇ ਸੀ ਤਾਂ ਉਦੋਂ ਪਤਾ ਲੱਗਦਾ ਵੀ ਜੇ ਤੁਸੀਂ ਖਿਆਲ ਨਾਲ ਪੜ੍ਹਦੇ ਆ ਤੁਹਾਨੂੰ ਗਿਆਨ ਪ੍ਰਾਪਤ ਹੁੰਦਾ। ਹਾਂਜੀ ਹਾਂਜੀ। ਫਿਰ ਉਹ ਖੁਸ਼ੀ ਤਦ ਮਿਲਦੀ ਹੈ। ਬਿਲਕੁਲ ਬਿਲਕੁਲ। ਹੁਣ ਮੈਂ ਦੇਖਿਆ ਵੀ ਜਦ ਮੈਂ ਗਾਂ ਪੜ੍ਹਦਾ ਰਿਹਾ ਤਾਂ ਮੈਂ ਤੀਜੀ ਜਮਾਤ 'ਚ ਪੰਜਾਬੀ ਚਿੱਠੀ ਪੜ੍ਹਨੀ ਲਿਖ ਲਈ ਸੀ। ਵਾਹ, ਅੱਛਾ। ਉਹ ਮੇਰੇ ਕੋਲ, ਕਿਉਂਕਿ ਸਾਡੇ ਪਿੰਡ ਦੇ ਬਹੁਤ ਬਾਹਰ ਆਏ ਹੋਏ ਸੀ ਤਾਂ ਮੇਰੇ ਕੋਲ ਚਿੱਠੀਆਂ ਲਿਖਾਉਣ ਆਉਂਦੇ ਹੁੰਦੇ ਸੀ। ਤੁਹਾਡਾ ਟੌਰ ਬੜਾ ਹੋ ਗਿਆ ਹੋਣਾ ਉਸ ਟਾਈਮ ਤੇ? ਨਹੀਂ, ਮੈਂ ਤਾਂ ਕਿਸੇ ਨੂੰ ਨਾ ਨਹੀਂ ਸੀ ਕਰਦਾ। ਜਾਨੀ ਕਈਆਂ ਨੇ ਮੇਰੇ ਕੋਲ ਆਉਣਾ ਵੀ ਸਾਡੀ ਚਿੱਠੀ ਪੜ੍ਹਦੇ। ਇਦਾਂ ਹੀ ਆ। ਤੇ ਫਿਰ ਨਾਲੇ ਕਹਿਣਾ ਲਿਖਦੇ, ਉਹਨੂੰ ਕਹਿਣਾ ਬਹੁਤ ਮੈਨੂੰ ਖੁਸ਼ੀ ਹੋਣੀ। ਹਾਂ, ਇਦਾਂ ਸੀ। ਅੱਛਾ, ਫਿਰ ਉਹ ਇਦਾਂ ਸੀ ਵੀ ਦੇਖੋ, ਜਦ ਤੁਸੀਂ ਕੋਈ ਚੰਗੀ ਪ੍ਰਾਪਤੀ ਕਰਦੇ ਆ, ਕਈ ਤਾਂ ਜੈਲਸ ਕਰਦੇ ਆ। ਬਹੁਤ ਜੈਲਸੀ ਦਾ ਮੈਂ ਬੜਾ ਸ਼ਿਕਾਰ ਹੋਇਆ ਸਾਰੀ ਉਮਰ। ਨਹੀਂ, ਮੈਂ ਖੁਦ ਤੁਹਾਨੂੰ ਦੱਸਦਾ, ਪਰ ਕਈਆਂ ਦੇ ਘਰਾਂ ਦੇ ਵਿੱਚ ਚੰਗੇ ਸੰਸਕਾਰ ਆ, ਉਹ ਬੱਚਿਆਂ ਨੂੰ ਸਿਖਾਉਂਦੇ ਵੀ ਜੈਲਸੀ ਨਹੀਂ ਕਰਨੀ। ਹੁਣ ਮੈਂ ਯਾਦ ਸਾਂਝੀ ਕਰਨਾ ਚਾਹੁੰਦਾ ਵੀ 5ਵੀਂ ਤੋਂ ਲਾ ਕੇ ਅਸੀਂ, ਇੱਕ ਮੇਰਾ ਕਲਾਸ ਫੈਲੋ ਸੀ, ਉਹ ਫਸਟ ਰਿਹਾ ਤਾਂ ਮੈਂ ਸੈਕੰਡ ਰਿਹਾ। ਅੱਛਾ ਜੀ, ਹਾਂਜੀ ਹਾਂਜੀ। ਕਿਉਂਕਿ ਮੈਂ ਤਾਂ ਇੱਧਰ ਆ ਗਿਆ, ਫਿਰ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ 'ਚ ਪ੍ਰੋਫੈਸਰ ਰਿਹਾ। ਆਲਰਾਈਟ, ਓਕੇ। ਪਰ ਉਹ ਦੇਖੋ ਵੀ ਉਹ ਇੰਨਾ ਅਸੀਂ ਪੜ੍ਹਦੇ ਵੀ ਸੀ ਤੇ ਉਹ ਜਾਨੀ ਮਤਲਬ ਬਹੁਤ ਸਤਿਕਾਰ ਕਰਦਾ ਸੀ। ਔਰ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਜਦ ਅਸੀਂ ਮਿਡਲ ਦਾ ਬੋਰਡ ਦਾ ਯੂਨੀਵਰਸਿਟੀ ਦਾ ਐਗਜ਼ਾਮ ਪਾਸ ਕੀਤਾ ਤੇ ਉਹ ਫਸਟ ਆਇਆ, ਮੈਂ ਸੈਕੰਡ ਆਇਆ। ਵੰਡਰਫੁਲ। ਤਾਂ ਉਹ ਹੈਡਮਾਸਟਰ ਨੇ ਮੈਨੂੰ ਕਲਾਸ ਦੇ ਉੱਥੇ ਦਫ਼ਤਰ 'ਚ ਸੱਦਿਆ, ਕਹਿੰਦਾ ਵੀ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ, ਕਹਿੰਦੇ ਵੀ ਅਸੀਂ ਤੁਹਾਨੂੰ ਪੁਰਸਕਾਰ ਦੇਣੇ ਆ। ਵੀ ਜਿੰਨੇ ਪਿੰਡਾਂ ਦੇ ਇੱਥੇ ਪੜ੍ਹਦੇ ਆ ਮੁੰਡੇ, ਹਰੇਕ ਪਿੰਡ 'ਚੋਂ 2-2 ਬੰਦੇ ਅਸੀਂ ਜਿਹੜੇ ਚੰਗੇ ਹੋਏ ਉਹਨਾਂ ਨੂੰ ਸੱਦਿਆ। ਉਹ ਜਿਹੜੇ ਸਾਡੇ ਪਿੰਡ ਦੇ 2 ਬੰਦੇ ਜਿਨ੍ਹਾਂ ਨੂੰ ਕਿਹਾ ਵੀ ਸੱਦ ਕੇ ਲਿਆਈ, ਦੇਖੋ ਵੀ ਉਹ ਨਹੀਂ ਜਾਣੇ, ਉਹ ਹੈਡਮਾਸਟਰ ਦਾ ਦੇਖੋ ਵਤੀਰਾ, ਉਹਨਾਂ ਬੰਦਿਆਂ ਨੂੰ ਕਿਹਾ ਜਿਹੜੇ ਜ਼ਮੀਨਾਂ ਵਾਲੇ ਸੀ। ਵਾਹ 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 ਵਾਹ। ਉਹ ਮੈਂ ਤਾਂ ਫਿਰ ਉਹਦਾ ਕਹਿਣਾ ਮੰਨਣਾ ਹੀ ਸੀ। ਬਿਲਕੁਲ। ਤੇ ਮੈਂ ਜਦ ਉਹਨਾਂ ਨੂੰ ਜਾਣੀ ਪਿੰਡ ਆਇਆ ਤਾਂ ਮੈਂ ਖੂਹਾਂ ਤੇ ਕਹਿਣ ਗਿਆ, ਮੈਂ ਕਿਹਾ ਵੀ ਇਹ ਸਾਡੇ ਸਕੂਲੇ ਫੰਕਸ਼ਨ ਹੋਣਾ, ਕਿਉਂਕਿ ਉਹਨਾਂ ਦੇ ਵੀ ਉੱਥੇ ਨਿਆਣੇ ਪੜ੍ਹਦੇ ਸੀ। ਬਿਲਕੁਲ। ਤਾਂ ਉਹ ਜਦ ਮੈਂ ਇੱਕ ਬਜ਼ੁਰਗ ਨੂੰ ਦੱਸਿਆ, ਕਹਿੰਦਾ ਵੀ ਬੜੀ ਖੁਸ਼ੀ ਦੀ ਗੱਲ ਆ ਵੀ ਤੂੰ ਚੰਗਾ ਹੋਇਆ। ਫਿਰ ਉਹ ਦੂਸਰਾ ਜਦ ਮੈਂ ਗਿਆ ਤਾਂ ਉਹ ਸਰਪੰਚ ਸੀਗਾ ਤੇ ਮੈਂ ਕਿਹਾ ਵੀ ਤਾਇਆ ਜੀ ਵੀ ਸਾਡੇ ਕੱਲ ਨੂੰ ਫੰਕਸ਼ਨ ਆ ਵੀ ਆਇਓ। ਉਹ ਨਾਲ ਹੀ ਪੁੱਛਿਆ, ਉਹਦਾ ਪੋਤਾ ਮੇਰੇ ਨਾਲ ਪੜ੍ਹਦਾ ਸੀ। ਅੱਛਾ। ਕਹਿੰਦਾ ਵੀ ਉਹ ਕਿੱਦਾਂ ਰਿਹਾ? ਮੈਂ ਕਿਹਾ ਵੀ ਜਿਹੜੇ ਇਨਾਮ ਤਾਂ ਮਿਲਦੇ ਆ, ਜਿਹੜਾ ਪਹਿਲੇ ਨੰਬਰ ਤੇ ਆਇਆ ਤਾਂ 2 ਤੇ ਆਇਆ। ਮੈਂ ਕਿਹਾ ਤੇਰਾ ਪੋਤਾ ਪਾਸ ਤਾਂ ਹੋ ਗਿਆ ਪਰ ਫਿਰ ਥੋੜਾ ਜਿਹਾ ਚੁੱਪ ਕਰ ਗਿਆ। ਪਰ ਹੁਣ ਤੁਸੀਂ ਦੇਖੋ ਵੀ ਜਦ ਤੁਹਾਨੂੰ ਫਿਰ ਖੁਸ਼ੀ ਹੁੰਦੀ ਆ, ਤੁਸੀਂ ਪੁਰਸਕਾਰ ਲੈਂਦੇ ਆ ਤਾਂ ਉਹ ਫਿਰ ਮੇਰੇ ਸਨਮਾਨ ਆਇਆ ਬਹੁਤ। ਬਿਲਕੁਲ। ਔਰ ਮੈਂ ਜਾਨੀ ਸਾਰਿਆਂ ਨੂੰ ਤੁਸੀਂ ਦੇਖੋ ਵੀ ਚਿੱਠੀਆਂ ਪੜ੍ਹਨੀਆਂ, ਹੋਰ ਕਰਨਾ, ਸਾਰਾ ਕੁਝ ਉਹ ਮੈਂ ਕਰਦਾ ਰਿਹਾ। ਫਿਰ ਦੂਸਰੀ ਪਾਸੇ ਆ ਵੀ ਜਿਹੜੀ ਮੰਜ਼ਿਲ ਆ ਵੀ ਇਹ ਜਿਹੜੀ ਬਰਾਬਰਤਾ ਉਦਾਂ ਨਹੀਂ ਆਉਂਦੀ। ਇਦਾਂ ਹੈ ਜੀ, ਇਦਾਂ ਹੈ।
ਫਿਰ ਅਸੀਂ ਇੱਥੇ ਆ ਗਏ, ਪਰ ਉਹ ਜਿਹੜਾ ਭੇਦਭਾਵ ਉਦਾਂ ਹੀ ਰਿਹਾ। ਇਦਾਂ ਹੀ ਜੀ, ਇਦਾਂ ਹੀ। ਹੁਣ ਮੈਂ ਇਹ ਦੱਸਣਾ ਚਾਹੁੰਦਾ ਵੀ ਉਹ ਭੇਦਭਾਵ ਤਾਂ ਉਨੀ ਲੋਕਾਂ ਨੂੰ ਖਤਮ ਕਰਨਾ ਜਿਹੜੇ ਭੇਦਭਾਵ ਦਾ ਸ਼ਿਕਾਰ ਆ। ਐਬਸੋਲੂਟਲੀ, ਐਬਸੋਲੂਟਲੀ। ਤਾਂ ਮੈਂ ਫਿਰ 2003 ਚ ਗਿਆ ਸੀ, ਜਾਦੀਆਂ ਪੰਚਾਇਤਾਂ ਬਣੀਆਂ ਸੀ। ਉਹ ਜਿਹੜੇ ਲੋਕ ਆ ਕਿਸੇ ਨੂੰ ਸਰਪੰਚ ਹੀ ਨਹੀਂ ਸੀ ਬਣ ਦਿੰਦੇ। ਤਾਂ ਉਹ ਜਦ ਗਵਰਨਮੈਂਟ ਦਾ ਨੋਟੀਫਿਕੇਸ਼ਨ ਆਇਆ ਵੀ ਇੰਨੀ ਤਰੀਕ ਨੂੰ ਜੀ ਚੋਣਾਂ ਹੋਣੀਆਂ, ਤਾਂ ਮੈਂ ਗਿਆ ਕਰਕੇ ਤਾਂ ਮੈਨੂੰ ਭਾਈਚਾਰੇ ਦੇ ਲੋਕ ਕਹਿੰਦੇ ਵੀ ਤੂੰ ਵਿੱਚ ਗੱਲ ਕਰ। ਤੇ ਮੈਂ ਕਿਹਾ ਵੀ ਜੇ ਤੁਸੀਂ ਕਹਿੰਦੇ ਆ ਤਾਂ ਕਰ ਲੈਂਦੇ ਆ। ਉਹ ਜਿਹੜੇ ਹੈ ਨਾ ਬਣਦੇ ਆ ਰਹੇ ਸੀ, ਕੋਈ ਉਹਨਾਂ ਮੇਰੇ ਬੋਲਦਾ ਹੀ ਨਹੀਂ ਸੀ। ਹਾਂਜੀ ਹਾਂਜੀ। ਫਿਰ ਮੈਂ ਕਿਹਾ ਵੀ ਜਿਹੜਾ ਵੋਟਾਂ ਦੇ ਰਾਜ ਦਾ ਤਾਂ ਮਤਲਬ ਇਹ ਹੈਗਾ ਵੀ 1955 ਤੋਂ ਪੰਚਾਇਤਾਂ ਬਣੀਆਂ ਵੀ ਹੁਣ ਹੈਗਾ 2003 ਵੀ ਇੱਕ ਘਰ ਨੂੰ ਲੈ ਕੇ ਦਿੱਤੀ ਹੈ ਸਰਪੰਚੀ। ਬਿਲਕੁਲ ਬਿਲਕੁਲ। ਅੱਛਾ, ਉਹ ਫਿਰ ਸਾਰੇ ਚੁੱਪ ਕਰ ਗਏ। ਤਾਂ ਫਿਰ ਜਦ ਮੈਂ ਕਿਹਾ ਤਾਂ ਮੈਂ ਕਿਹਾ ਵੀ ਦੱਸੋ ਕਿਨ ਬਣਨਾ। ਤਾਂ ਫਿਰ ਉਹ ਜਿਹਨਾਂ ਨੂੰ ਨਹੀਂ ਸੀ ਬਣਾਇਆ ਜਾਂਦਾ ਤਾਂ ਉਹਨੇ ਕਿਹਾ ਜੀ ਵੀ ਅਸੀਂ ਇਹਦਾ ਨਾਂ ਕਰਦੇ। ਉਹ ਹੈਰਾਨ ਰਹਿ ਗਏ। ਉਹ ਫਿਰ ਜਦ ਵੋਟਾਂ ਹੀ ਪੈਣੀਆਂ ਸੀਗੀਆਂ ਤਾਂ ਫਿਰ ਉਹ ਬੰਦਾ ਕਹਿੰਦਾ ਵੀ ਹੁਣ ਕੀ ਲੱਗਾ। ਪਰ ਉਹ ਤੁਸੀਂ ਸੱਚ ਮੰਨਿਓ ਵੀ ਉਹ ਜਾਨੀ ਮਤਲਬ ਉਹ ਚ ਜ਼ਰੂਰਤ ਹੀ ਨਹੀਂ ਪਈ। ਇਦਾਂ ਹੀ ਜੀ, ਇਦਾਂ ਹੀ। ਉਹਨੇ ਇੱਕ ਬੰਦੇ ਨੂੰ ਪੈਸੇ ਦੇ ਕੇ ਖੜਾ ਕਰ ਦਿੱਤਾ, ਉਹ ਹਾਰ ਗਿਆ। ਜਾਨੀ ਦੇਖੋ ਜੀ, ਇਹ ਤਾਂ ਪਹਿਲ ਕਰਨੀ ਪੈਂਦੀ ਆ। ਇੰਨੀ ਖੁਸ਼ੀ ਹੋਈ ਆ ਵੀ ਤੁਸੀਂ ਦੇਖੋ ਵੀ ਜੇ ਔਰਤਾਂ ਬਰਾਬਰ ਦੇ ਅਧਿਕਾਰ ਲੈਣੀਆਂ ਫਿਰ ਵੀ ਖੁਸ਼ੀ ਹੁੰਦੀ ਹੈ। ਇਦਾਂ ਹੀ ਜੀ, ਇਦਾਂ ਹੈ। ਔਰ ਜਿਹਨਾਂ ਲੋਕਾਂ ਨੂੰ ਦਬਾਇਆ ਗਿਆ ਜੇ ਉਹ ਬਰਾਬਰ ਆ ਕੇ ਸਨਮਾਨ ਸੈਲਫ ਰਿਸਪੈਕਟ ਲੈਂਦੇ ਆ, ਫਿਰ ਵੀ ਖੁਸ਼ੀ ਹੁੰਦੀ ਹੈ। ਠੀਕ ਹੈ ਆਪਣੇ ਚੌਹਾਨ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਜੈ ਪੀ। ਹਾਂਜੀ, ਇਹ ਤਾਂ ਸੀ ਜੀ ਮੇਰੇ ਵੀਰ ਫਕੀਰ ਚੰਦ ਚੌਹਾਨ ਹੋਣੀ ਬਰਮਿੰਘਮ ਤੋਂ। ਮੈਨੂੰ ਪਤਾ ਹੈ ਕਾਲਜ ਜਾਣ ਕੇ ਪਿੱਛੇ ਵੇਟ ਕਰ ਰਹੀਆਂ, ਇਸ ਕਰਕੇ ਮੈਂ ਚਾਹੁੰਦਾ ਲੱਗ ਤੁਸੀਂ ਆਪਣੀ ਟੂ ਦੀ ਪੁਆਇੰਟ ਗੱਲ ਕਰੋ। ਸਾਡੇ ਤੋਂ ਅਜੇ ਵੀ 12 ਮਿੰਟ ਹੈ, ਕਿਉਂਕਿ ਇਹ ਨਾਲ ਸਾਡੀ ਜਿਹੜੀ ਮਾਨਸਿਕ ਸਿਹਤ ਵੀ ਬਹੁਤ ਵਧੀਆ ਬਣਦੀ ਹੈ, ਸਾਡੀ ਜਿਹੜੀ ਫਿजिकल ਸਿਹਤ भी बहुत बढ़िया बनती है। हेलो जी, कौन थे जी, कितों बोल रहे हैं जी? मैं अर्चना बोल रही हूँ यहाँ बर्मिंघम से। अर्चना जी, की कहना चाहोगे तुसी? इससे अच्छा टॉपिक आप कहाँ लेके आए हो, कौन सा हो सकता है? आपकी बुक भी पढ़ी थी खुशी, और ये खुशियों वाला ये आपका जो टॉपिक है, रियली मुझे सारी अपनी बैक मेमोरीज याद आ गई। और मैं याद कर करके आपका प्रोग्राम सुनी थी और लोगों की जो बातें सुनी थी उससे मुझे भी अपनी मेमोरीज याद आने लगी। पर मैं पहले इसे जाने से पहले ये कहूँगी, एक अकॉर्डिंग टू माइक वाइकिंग्स, इनकी ये ऑथर है, उन्होंने एक बुक लिखी है द आर्ट ऑफ मेकिंग मेमोरीज। यस, इसमें उन्होंने बोला है कि जो हैप्पी मेमोरीज हैं आर एसेंशियल टू अवर मेंटल हेल्थ। ये बहुत जरूरी है हमारी मेंटल हेल्थ के लिए, दिमागी कसरत के लिए बहुत बहुत जरूरी है। और ये हमारी स्ट्रेंथ है और अवर सेंस ऑफ आइडेंटिटी और पर्पस एंड बियॉन्ड ऑफ अवर रिलेशनशिप। इन्हीं से हमारा जो रिलेशनशिप है आगे और बढ़ता है। इसका एक छोटा सा एग्जांपल दूंगी। मेरे हस्बैंड है, उनके जब भाई बहन आते हैं ना, भाई आते हैं, वो पुरानी बातें करते हैं जो कि मेरे पार्क में नहीं गुजरी, पर वो इतना हंसते हैं ना, और सेम चीज बार बार वो बोलते हैं। जब भी वो मेरे हस्बैंड के भाई या भाभी या बहनें बातें करती है, वो सेम चीज रिपीट होती है, उनके फ्रेंड्स भी। पर मैं बार बार सुनकर मैं भी उसमें आनंद लेती हूँ। तो मुझे लगता कि ये रिकॉल जो होती है हमारी मेमोरीज, ये रियली पार्ट ऑफ हमारी लाइफ का बहुत अच्छा समय है। इसके साथ साथ ये हमारा हैप्पी मेमोरीज जो आर वेरी इंपॉर्टेंट इंग्रेडिएंट्स इन अवर प्रेजेंट हैप्पीनेस। ये जितनी भी हमारी अपनी मेमोरीज है पुरानी, ये आज के दिन के लिए बहुत बड़ा इंग्रेडिएंट है कि हमें हैप्पीनेस देती है। और ऑल्सो इसके कारण अगर आप अपनी खुशियों को, अपनी पुरानी बातों को शेयर करते हैं, हंसते हैं, इससे तुम्हारी हार्ट जो है ना, उसकी हेल्थ जो है उसमें इफेक्ट करती है, उसमें और उसके साथ साथ स्ट्रेस से निकलने में बहुत मदद करती है। जब कभी आप स्ट्रेस में हो, आप अपने फ्रेंड्स से बात कीजिए पुरानी यादों के बातों पर, और इससे तुम्हारे स्ट्रेस का जो लेवल कम होगा और इम्यून सिस्टम भी स्ट्रांग होगा और बेटर होगा। और रिड्यूस पेन होती है, आपको किसी चीज की पेन है, कोई अपने पेरेंट्स अपने लॉस्ट कर दिए हैं, या आपको बैड टाइम पे जो पेन्स है, उन पेन में भी आपको जब आप अपने फ्रेंड से या रिश्तेदार से अपनी पुरानी बातों को रिकॉल करते हैं, दोबारा सुनते हैं, जब बोलते हैं, तो आपके ऊपर उन जो दर्द दुख है उनसे निकलने में आपकी मदद करते हैं। और सबसे ओवरऑल ये जो है हमारी हेल्थी लाइफस्टाइल है, मेमोरीज को रिकॉल करना। और
मेरे को याद है मेरे मम्मी डैडी बार बार अपनी पुरानी बातें बताते थे कि उनके साथ क्या हुआ, ना तो कभी बताने से थके हैं, सेम बात बार बार बताते थे, कभी टाइम नहीं, और ना ही हम सुनने में थके कि आपने तो ये पहले बताया था, पर नहीं, हम भी बहुत इंजॉय करते थे। मेरे डैडी मम्मी बताते थे कि एक बार उनके पैसे इकट्ठे किए तो उनके दोस्त ने और उन्होंने एक टिकट, फिल्म की टिकट खरीदी, पर एक ही टिकट खरीदी गई, दो नहीं। तो उन्होंने ये तय किया कि आधी फिल्म पहले तुम देख लो, इंटरवल के बाद मैं जाके देख लूंगा फिल्म होती क्या है। तो इस तरह उन्होंने वो फिल्म देखी। और इसी तरह एक उनकी मेमोरी मुझे अभी तक याद है, वो कहीं रास्ते में कबूतर मरा पड़ा था, वो दोनों कबूतर देखे, दोनों फ्रेंड वो कबूतर उठा के ले आए, अपने डेस्क के अंदर रख दिया। अब वो स्मेल करे, टीचर कहती यहाँ स्मेल आ रही है, वो दोनों नहीं बोले कि हमें एक कबूतर मरा को उठा के ला के देखने के लिए कबूतर को मिल गया। क्या ये उनकी पास्ट की मेमोरी थी जो कि वो हमसे शेयर करते थे। और एक उनकी मेमोरीज में कभी नहीं भूलती, वो हमारी दादी माँ कहते जो ना दूध उबालती थी, कढ़ाई होती थी, बहुत बड़ी कढ़ाई, तो काढ़ने के लिए रख देती थी। तो हमारे ताया जी जो थे और मेरे डैडी बोलते मेरे जो बड़ा भाई और ताया जी लगे, हमने वो दूध को पीना है, कैसे पिए, अगर ऊपर से मलाई उतर गई तो हम पकड़े जाएंगे। उन्होंने स्ट्रॉ होती है ना, पाइप जो कोको कोला के स्ट्रॉ, दोनों ने एक एक तरफ से लगा ली और पीना शुरू कर दिया। तो जब पी चुके तो दादी जी आई, कहते हमारी मेरी उनकी मम्मी कहती आज तो दूध बहुत कड़ गया भी, मैं कहनी आज अंदर दूध मेरा कभी नहीं कड़िया जितना आज कड़िया है। तो मेरे डैडी और मेरे ताया जी तो अंदर से और चले गए। एक और मैं बताना चाहूंगी, वो बोलते कि हमारे ताया जी की, बड़े ताया जी की जब शादी हुई तो उस समय बहुत अलमारी शीशे की, अलमारी को शीशा लगा था, उन्होंने कभी देखी नहीं थी। जब उन्होंने देखी तो शीशा देख के हंसे और उसको चाटे करे, तो भी जीभ के साथ जीभ लग रही है कि ऐसी बातें वो उन्होंने बताना शुरू किया। तो इन द होल मेरे को अपनी याद आती है, अपनी मेमोरीज अपनी आ रही है याद मुझे कि मैं स्कूल में पढ़ाती थी, जहाँ मैंने बच्चों को पढ़ाया कई बार। एक ऐसी जब मैं बच्चों को पढ़ा के हटी तो इंस्पेक्टर जो था वो हमारी इंस्पेक्शन करने आया था, तो मेरी क्लास के बाहर आके मुझे अपना थंब ऊपर करके बताए कि यू आर वेरी गुड, यू आर वेरी गुड, सो हैप्पी। और मेरी हैप्पीनेस उस समय हुई जब मैं अपनी मास्टर डिग्री मैंने अपनी पूरी की और मैं पास हो गई अच्छे नंबर से, और मैंने बीए की और सो हैप्पी। तो मैं ये कहती हूँ कि ये जो पास्ट मेमोरीज है बहुत अच्छी है। कभी भी स्ट्रेस में आओ, इनको रिकॉल करो, अपने हस्बैंड से करो, अपने भाई बहनों से करो, तुम्हारा रिलेशनशिप बहुत होगा। और ये समय जो होता है ना, ये वेरी क्विक निकल जाता है। मैं इतना ही कहूंगी, अगर मेरे पास कहने को बहुत कुछ है, मेरी बहुत सारी मेमोरीज है, पर मेरे को लगता है शायद मेरे पीछे और भी कॉलर्स लगे होंगे, नहीं तो मैं और भी समय ले सकती हूँ इसके लिए। पर मुझे बहुत अच्छा टॉपिक लगा। इस समय भी मुझे हंसी आ रही है अपनी पुरानी बातों को जब मैं याद करती हूँ। वो सारा दृश्य जो सारे का सारा सीन है ना, वो मेरी आंखों के सामने आ रहा है। स्पेशली मेरे मम्मी एंड डैडी बहुत याद आ रहे हैं, और मेरे भाई। थैंक यू, आपका बहुत अच्छा टॉपिक है। थैंक यू मुझे समय देने का। थैंक यू वेरी मच। ये तो जी अर्चना जी जिन्होंने अपने विचार सानू साझे किए। ये गल बिल्कुल ठीक है ना, साडी इम्यूनिटी वधदी है, साडे नाल यानी कि जिहड़ी बीमारियां नूं लड़न दी जिहड़ी शक्ति है साडे शरीर च वधदी है। डोपामाइन जिन कि हारमोन्स है वो साडी बॉडी में पैदा होंगे, कैमिकल्स पैदा होंगे है जिहड़े सानूं खुश रखते। हेलो जी, कौन थे जी, कित्थों बोल रहे हैं जी? हेलो, नमस्कार डॉक्टर साहब। हाँ जी सुमन साहब, अपने तो 5 मिनट है, करो गल तुसीं। 5 मिनट है। हाँ जी, मेरे दिमाग से एक गल आ रही थी कि शेर आ रहा सीगा। हाँ हाँ, जान बचाकर लौट आए हैं। हाँ हाँ, तुम्हारे शहर से। अच्छा डॉक्टर साहब। हाँ जी, देखो खुशी गमी का जिंदगी के 2 पहलू आ। हाँ हाँ हाँ, मैं तो कहूँगा कि भाई अपनी लाइफ के मुताबिक मैं कहूँगा भी जिंदगी में खुशी के टाइम भी बहुत आए ने, हाले भी ने, और उन्होंने याद करके मतलब टाइम अच्छा पास हो जाता हुण भी। बिल्कुल बिल्कुल। या तुसीं बैठते हैं कल्ले बैठते हैं, जिस तरह हुण अजकल 2 साल तो आप घर च अंदर बैठ के बैठे हैं। हाँ हाँ हाँ, ते अगर आप तुहाडे मन च कोई अच्छियां यादां हैगियां तो ये 2 साल भी महसूस नहीं होए एब्सोल्युटली याद करके। बिल्कुल बिल्कुल बिल्कुल। इस करके मतलब माड़े चंगे दिन तो जिंदगी चाहती हैगी आ। हाँ हाँ, वैसे मैं तो डॉक्टर साहब अपने उस परमात्मा का हमेशा ही शुक्रगुजार करदा कि भाई मैं मेरी जिंदगी चंगे दिन ज्यादा आए ने, माड़े दिन घट आए ने। दैट्स वेरी गुड वेरी गुड। हाँ जी। दूसरी गल ये बहुत सारे फैक्टर है ये वास्ते
ਤੁਹਾਡੇ ਮਨ ਦੀ ਕੰਟੈਂਟਮੈਂਟ ਆ ਆਪਣੇ ਮਨ ਨੂੰ ਖੁਸ਼ ਰੱਖਣਾ ਨਾ ਮੈਂ ਅਮੀਰ ਜੰਮਿਆ ਸੀ ਨਾ ਮੈਨੂੰ ਕੋਈ ਲੋੜ ਆ ਰੋਟੀ ਮਿਲ ਜਾਂਦੀ ਆ ਠੀਕ ਨੇ ਬਿਲਕੁਲ ਬਿਲਕੁਲ ਤੇ ਬਾਕੀ ਡਾਕਟਰ ਸਾਹਿਬ ਤੁਹਾਡੇ ਵਰਗੇ ਯਾਰ ਦੋਸਤ ਜ਼ਿੰਦਗੀ ਬਹੁਤ ਅੱਛੇ ਮਿਲੇ ਥੈਂਕ ਯੂ ਜੀ ਥੈਂਕ ਯੂ ਹਾਲੇ ਵੀ ਬਹੁਤ ਪਿਆਰੇ ਆ ਬੜਾ ਉਹਨਾਂ ਦੇ ਪਰਿਵਾਰਾਂ 'ਚ ਪਿਆਰ ਮਿਲਦਾ ਬੜਾ ਸਤਿਕਾਰ ਮਿਲਦਾ ਇਹ ਤੁਹਾਡੀ ਖੁਸ਼ੀ ਆ ਬਿਲਕੁਲ 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 ਜਦ ਮੈਂ ਇਹ ਪਰਿਵਾਰ 'ਚ ਖੁਸ਼ ਆ ਆਪਣੇ ਬੱਚੇ ਭੈਣਾਂ ਭਰਾਵਾਂ 'ਚ ਖੁਸ਼ ਆ ਭਰਾਵਾਂ 'ਚ ਖੁਸ਼ ਆ ਬਾਕੀ ਡਾਕਟਰ ਸਾਹਿਬ ਪਰਿਵਾਰਾਂ 'ਚ ਹਰ ਪਰਿਵਾਰ 'ਚ ਕੁਛ ਨਾ ਕੋਈ ਮਾੜੀ ਮਾੜੀ ਗੱਲਾਂ ਜ਼ਰੂਰ ਹੁੰਦੀਆਂ ਇਹ ਤਾਂ ਹੈ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਕਿਸੇ ਦਾ ਬੁਰਾ ਚੱਕੀਏ ਸਮਝ ਲੱਗੀ ਨਾ ਠੀਕ ਹੈ ਜੀ ਠੀਕ ਹੈ ਸਾਰੇ ਆਪਾਂ ਆਪਣੇ ਘਰਾਂ 'ਚ ਠੀਕ ਆ ਭਰਾ ਠੀਕ ਆ ਉਹਨਾਂ ਦੇ ਬੱਚੇ ਠੀਕ ਆ ਹਰ ਘਰ 'ਚ ਗੱਲਾਂ ਹੁੰਦੀਆਂ ਪਰ ਮੈਂ ਇਹ ਕਹੂੰਗਾ ਕਿ ਬਸ ਇਹੀ ਖੁਸ਼ੀ ਆ ਤੁਹਾਡੀ ਕਿ ਵੀ ਤੁਸੀਂ ਆਪਣੀ ਸਿਹਤ ਵਿੱਚ ਠੀਕ ਆ ਆਪਣੀ ਬੋਡੀ ਦੀ ਲੁੱਕ ਆਊਟ ਕਰਦੇ ਆ ਪਰਿਵਾਰ 'ਚ ਬੱਚਿਆਂ 'ਚ ਘਰ ਵਾਲੀ ਨਾਲ ਠੀਕ ਆ ਤੁਹਾਡਾ ਰਿਸ਼ਤਾ ਅੱਛਾ ਹੈਗਾ ਤੁਸੀਂ ਉਹਦਾ ਸਤਿਕਾਰ ਕਰਦੇ ਆ ਉਹ ਵੀ ਇਕੁਅਲੀ ਤੁਹਾਡਾ ਸਤਿਕਾਰ ਕਰਦੇ ਆ ਠੀਕ ਹੈ ਬਹੁਤ ਵੱਡੀਆਂ ਚੀਜ਼ਾਂ ਹੈਗੀਆਂ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਖੁਸ਼ ਰੱਖਦੀਆਂ ਥੈਂਕ ਯੂ ਸੁਮਨ ਸਾਹਿਬ ਓਕੇ ਜੀ ਬਹੁਤ ਬਹੁਤ ਮਿਹਰਬਾਨੀ ਇਹ ਤਾਂ ਸੀ ਜੀ ਹਰਭਜਨ ਸੁਮਨ ਹੋਣੀ ਜਿਨ੍ਹਾਂ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀ ਸਾਡੇ ਤੋਂ ਅਜੇ 3 ਮਿੰਟ ਹੈ ਕਾਲ ਮੇਰਾ ਖਿਆਲ ਪਿੱਛੇ ਵੇਟ ਕਰ ਰਹੀ ਸੀ ਇਸ ਕਰਕੇ ਮੈਂ ਚਾਹੁੰਦਾ ਵੀ ਹੋ ਜੇ ਮੈਂ ਲੈ ਸਕਾਂ ਮਨ ਦੀ ਜਿਹੜੀ ਖੁਸ਼ੀ ਹੈਗੀ ਆ ਮੇਰਾ ਖਿਆਲ ਉਹਦੀ ਖੁਸ਼ੀ ਦੀ ਜਿਹੜੀ ਭਾਲ ਵਿੱਚ ਹੀ ਅਸੀਂ ਸਾਰੀ ਉਮਰ ਨਿਗਾਹ ਲੈਂਦੇ ਹੈਗੇ ਹਾਂ ਬਰਟਨ ਰਸਲ ਦੀ ਕਿਤਾਬ ਇੱਕ ਬਹੁਤ ਬਿਊਟੀਫੁਲ ਹੈ ਦ ਕੰਕੁਐਸਟ ਆਫ ਹੈਪੀਨੈਸ ਜੇ ਕਦੀ ਜ਼ਿੰਦਗੀ ਵਿੱਚ ਤੁਹਾਨੂੰ ਕਿਸੇ ਨੂੰ ਚਾਂਸ ਮਿਲਿਆ ਤਾਂ ਜ਼ਰੂਰ ਪੜ੍ਹਿਓ ਮੈਨੂੰ ਯਾਨੀ ਕਿ ਉਸ ਕਿਤਾਬ ਨੇ ਬਹੁਤ ਇੰਪਰੈਸ ਕੀਤਾ ਸੀਗਾ ਅਤੇ ਮੈਂ ਉਹਨੂੰ ਹਜੇ ਵੀ ਗਾਹੇ ਬਗਾਹੇ ਯਾਨੀ ਕਿ ਪੜ੍ਹਦਾ ਰਹਿਣਾ ਜਿਹੜੀ ਮਨ ਦੀ ਖੁਸ਼ੀ ਹੈ ਅਤੇ ਜਿਹੜੇ ਸਾਡੇ ਖੁਸ਼ੀ ਦੇ ਪਲ ਹੈਗੇ ਆ ਉਹਨਾਂ ਨੂੰ ਬਾਰ-ਬਾਰ ਯਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਉਹਨਾਂ ਨਾਲ ਸਾਡੇ ਪੋਜ਼ੀਟਿਵ ਜਿਹੜੇ ਹੈਗੇ ਆ ਹਾਰਮੋਨਸ ਉਹ ਪੈਦਾ ਹੁੰਦੇ ਹੈ ਜਿਹੜੇ ਹੈਲੋ ਜੀ ਕੌਣ ਤੇ ਜੀ ਕਿੱਥੋਂ ਬੋਲ ਰਹੇ ਜੀ ਹੈਲੋ ਜੀ ਹਾਂਜੀ ਡਾਕਟਰ ਸਾਹਿਬ ਜੈ ਗੁਰਦੇਵ ਜੀ 2 ਮਿੰਟ ਹੈ ਆਪਣੇ ਕੋਲ ਕਰੋ ਗੱਲ ਚਲੋ ਚੰਗਾ ਵਾਰੀ ਆ ਗਈ ਹਾਂਜੀ ਮੈਂ ਬਹੁਤ ਅਨੇਕ ਕੁਝ ਕਹਿਣਾ ਖੁਸ਼ੀਆਂ ਤੇ ਬਹੁਤ ਮਿਲੀਆਂ ਮੈਨੂੰ ਹਾਂ ਕਿਉਂਕਿ ਜਦੋਂ ਵੀ ਚੀਜ਼ ਮੈਂ ਚਾਹੁੰਦਾ ਸੀ ਉਹ ਅਗਰ ਪੂਰੀ ਹੋ ਜਾਂਦੀ ਬੜੀ ਖੁਸ਼ੀ ਹੁੰਦੀ ਸੀ ਹਾਂਜੀ ਸਭ ਤੋਂ ਵੱਡੀ ਖੁਸ਼ੀ ਮੈਨੂੰ ਉਦੋਂ ਮਿਲੀ ਆ ਜਦੋਂ ਮੇਰੀ ਵਾਈਫ ਨੇ ਇਹ ਕਿਹਾ ਸੀ ਕਿ ਮੈਂ ਕੁਝ ਬਣ ਕੇ ਦਿਖਾਉਣਾ ਆ ਔਰ ਇਹ ਡਿਪਟੀ ਮੇਅਰ ਬਣ ਗਏ ਤੇ ਉਸ ਵੇਲੇ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਵੰਡਰਫੁਲ ਔਰ ਹੋਪਫੁਲੀ ਨੈਕਸਟ ਈਅਰ ਮੇਅਰ ਬਣ ਜਾਣਗੇ ਤੇ ਉਹਨਾਂ ਦੀ ਇੱਕ ਜਿਹੜੀ ਜ਼ਿੰਦਗੀ ਦੇ ਵਿੱਚ ਖੁਆਇਸ਼ ਸੀ ਉਹ ਪੂਰੀ ਹੋ ਗਈ ਵੰਡਰਫੁਲ ਯਾ ਐਕਸਲੈਂਟ ਇਹ ਨਹੀਂ ਕਹਿਣਾ ਚਾਹੁੰਦਾ ਥੈਂਕ ਯੂ ਜੀ ਇਹ ਤਾਂ ਸੀ ਜੀ ਮੇਰੇ ਵੀਰ ਮਿੱਡਾ ਸਾਹਿਬ ਜਿਨ੍ਹਾਂ ਨੇ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸਾਰੇ ਹੀ ਕਾਲਜ ਦਾ ਮੈਂ ਬਹੁਤ ਤਹਿ ਦਿਲ ਤੋਂ ਧੰਨਵਾਦੀ ਹਾਂ ਜਿਹੜੇ ਇਸ ਪ੍ਰੋਗਰਾਮ ਨੂੰ ਰੰਗਾ ਰੰਗ ਬਣਾਉਂਦੇ ਹੈਗੇ ਇਸ ਪ੍ਰੋਗਰਾਮ ਨੂੰ ਬਹੁਤ ਕੰਸਟਰਕਟਿਵ ਬਣਾਉਂਦੇ ਹੈਗੇ ਇਸ ਪ੍ਰੋਗਰਾਮ ਨੂੰ ਬਹੁਤ ਰੌਚਕ ਬਣਾਉਂਦੇ ਹੈਗੇ ਇਸ ਪ੍ਰੋਗਰਾਮ ਨੂੰ ਬਹੁਤ ਯੂਜ਼ਫੁਲ ਬਣਾਉਂਦੇ ਹੈਗੇ ਆ ਅਸੀਂ ਇੱਕ ਦੂਜੇ ਤੋਂ ਬਹੁਤ ਕੁਝ ਲਰਨ ਕਰਦੇ ਹਾਂ ਅਗਲੇ ਹਫ਼ਤੇ ਮੈਂ ਤੁਹਾਡੇ ਲਈ ਅਖੀਰਲਾ ਚੈਪਟਰ ਜਿਹੜਾ ਹੈਗਾ ਇਸ ਕਿਤਾਬ ਦਾ ਜਿਹੜਾ ਨਾਂ ਹੀ ਹੈਗਾ ਸਫਲਤਾ ਦੇ ਭੇਦ ਉਹ ਜਿਹੜਾ ਹੈਗਾ ਪੜ੍ਹੂੰਗਾ ਅਤੇ ਫਿਰ ਆਪਾਂ ਇਸ ਕਿਤਾਬ ਦਾ ਭੋਗ ਪਾਵਾਂਗੇ ਨਵੀਂ ਕਿਤਾਬ ਸ਼ੁਰੂ ਕਰਾਂਗੇ ਜਿਹੜਾ ਮੇਰੇ ਵੀਰਾਂ ਨੇ ਜਿਹੜੇ ਭੈਣਾਂ ਨੇ ਜਿੰਨਾ ਵੀ ਹਿੱਸਾ ਇਹਦੇ ਵਿੱਚ ਪਾਇਆ ਹੈਗਾ ਜਦੋਂ ਦੇ ਮੇਰੇ ਪ੍ਰੋਗਰਾਮ ਸ਼ੁਰੂ ਹੋਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਹ ਪ੍ਰੋਗਰਾਮ ਜਿਹੜਾ ਅੱਜ ਦਾ ਸੀ ਇਹ ਵੀ ਤੁਹਾਨੂੰ ਕਿਹੋ ਜਿਹਾ ਲੱਗਾ ਇਹਦੇ ਬਾਰੇ ਜ਼ਰੂਰ ਆਪਣੀ ਫੀਡਬੈਕ ਦਿਓ ਇਹਨੂੰ ਹੋਰ ਆਪਾਂ ਕਿੱਦਾਂ ਇੰਪਰੂਵ ਕਰ ਸਕਦੇ ਹਾਂ ਉਹਦੇ ਬਾਰੇ ਵੀ ਸੁਜੈਸ਼ਨ ਜਾਣ ਕੇ ਜ਼ਰੂਰ ਦਿਓ ਕਿਉਂਕਿ ਜਿਹੜੇ ਤੁਹਾਡੇ ਗਾਹੇ ਬਗਾਹੇ ਮੈਨੂੰ ਸੁਜੈਸ਼ਨ ਮਿਲਦੇ ਹੈਗੇ ਆ ਉਹਨਾਂ ਨੂੰ ਮੈਂ ਬਹੁਤ ਗੰਭੀਰਤਾ ਨਾਲ ਲੈਣਾ ਅਤੇ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਮੈਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਸਕਾਂ ਅਤੇ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾ ਸਕਾਂ ਸਾਡੇ ਟੈਲੀਵਿਜ਼ਨ ਦੀ ਵੀ ਤੁਸੀਂ ਮਦਦ ਕਰਦੇ ਰਹੋ ਕਿਉਂਕਿ ਇਹਦੇ ਚੱਲਣ ਨਾਲ ਹੀ ਜਿਹੜਾ ਹੈਗਾ ਮੈਂ ਤੁਹਾਡੇ ਰੂਬਰੂ ਹੋ ਸਕਦਾ ਅਤੇ ਤੁਸੀਂ ਆਪਣੀ ਗੱਲਬਾਤ ਜਿਹੜੀ ਹੈਗੀ ਏਅਰ 'ਤੇ ਕਰ ਸਕਦੇ ਜਿਹਨੂੰ ਕਿ ਲੱਖਾਂ ਲੋਕੀ ਦੇਸ਼ ਵਿਦੇਸ਼ਾਂ ਵਿੱਚ ਜਾਣ ਕੇ ਸੁਣਦੇ ਹੈਗੇ ਆ ਅਗਲੇ ਹਫ਼ਤੇ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈਗੀ ਆ ਮੈਂ ਤੁਹਾਨੂੰ ਫੇਰ ਮਿਲੂੰਗਾ ਅਤੇ ਆਪਾਂ ਸਫਲਤਾ ਦੇ ਭੇਦ ਜਿਹੜਾ ਹੈਗਾ ਉਹਦੇ ਕੀ ਹੈਗੇ ਆ ਉਹਦੇ ਬਾਰੇ ਗੱਲ ਕਰਾਂਗੇ ਇਹੀ ਮੇਰਾ ਯਾਨੀ ਕਿ ਲੇਖ ਹੈਗਾ ਅਤੇ ਇਸੇ ਲੇਖ ਦੇ ਜਿਹੜਾ ਸੀਗਾ ਸਿਰਲੇਖ 'ਤੇ ਮੈਂ ਇਸ ਕਿਤਾਬ ਦਾ ਨਾਮ ਵੀ ਜਿਹੜਾ ਸੀਗਾ ਲਿਆ ਸੀਗਾ ਰੱਖਿਆ ਸੀਗਾ ਅਤੇ ਫਿਰ ਉਸ ਤੋਂ ਬਾਅਦ ਆਪਾਂ ਨਵੀਂ ਕਿਤਾਬ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਅੱਜ ਵੀ ਯਾਨੀ ਕਿ ਬਹੁਤ ਸਾਰੇ ਜਿਹੜੇ ਕਾਲਜ ਹੈਗੇ ਜਿਹੜੇ ਰਹਿ ਗਏ ਮੈਂ ਉਹਨਾਂ ਤੋਂ ਹੁਣ ਤੋਂ ਹੀ ਮਾਫੀ ਮੰਗਦਾ ਕਈ ਵਾਰੀ ਯਾਨੀ ਕਿ ਮੁਸ਼ਕਿਲ ਹੋ ਜਾਂਦਾ ਹੈਗਾ ਸਾਰਿਆਂ ਨੂੰ ਅਕੋਮੋਡੇਟ ਕਰਨਾ ਪਰ ਕੋਸ਼ਿਸ਼ ਮੈਂ ਕਰਦਾ ਕਿ ਸਾਰਿਆਂ ਦੇ ਜਿਹੜੇ ਵਿਚਾਰ ਹੈਗੇ ਆ ਉਹ ਸੁਣ ਸਕਾਂ ਇੱਥੇ ਦਿਓ ਮੈਨੂੰ ਇਜਾਜ਼ਤ ਹੈਵ ਅ ਗੁੱਡ ਡੇ ਅਤੇ ਬੈਸਟ ਵਿਸ਼ੇਸ ਅਤੇ ਵੂਮਨਸ ਡੇ ਬਾਰੇ ਵੀ ਅੱਜ ਸਾਰੀਆਂ ਔਰਤਾਂ ਨੂੰ ਸਾਰੀਆਂ ਭੈਣਾਂ ਨੂੰ ਅਤੇ ਸਾਰੇ ਭਰਾਵਾਂ ਨੂੰ ਵੀ ਬਹੁਤ ਸਾਰੀਆਂ ਵਧਾਈਆਂ ਤਾਂ ਕਿ ਅਸੀਂ ਉਹਨਾਂ ਨੂੰ ਖੁਸ਼ੀਆਂ ਦੇ ਸਕੀਏ ਹੈਲੋ ਜੀ